ਚਲੋ ਹਰਪਿੰਦਰ ਜੀ। ਹਾਂਜੀ, ਦਰਬਾਰੇ ਖਾਲਸਾ ਦੇ ਇਸ ਮਾਧਿਅਮ ਰਾਹੀਂ ਜੁੜੇ ਸਾਰੇ ਵੀਰਾਂ ਨੂੰ ਇਸ ਸਿਸਟਮ 'ਚ ਆਉਣ ਤੇ ਜੀ ਆਇਆਂ ਕਹਿੰਦੇ। ਫਤਿਹ ਪ੍ਰਵਾਨ ਕਰਨੀ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੁਝ ਕੁ ਗੱਲਾਂ ਜਿਹੜੀਆਂ ਆਪਣੀਆਂ ਮਿਲਟਸ ਦੇ ਰਿਗਾਰਡਿੰਗ ਪੈਂਡਿੰਗ ਸੀਗੀਆਂ। ਮਿਲਟਸ ਅੰਗਰੇਜ਼ੀ ਸ਼ਬਦ ਹੈ, ਜੇ ਪੰਜਾਬੀ 'ਚ ਗੱਲ ਕਰੀਏ ਤੇ ਇਹ ਮੋਟੇ ਅਨਾਜ, ਜਿਹੜੇ ਸਾਡੇ ਮੁੱਢਲੇ ਅਨਾਜ ਆ, ਜਿਹੜੇ ਕਿਸੇ ਸਮੇਂ ਪੰਜਾਬ ਦੀ ਵਿਰਾਸਤ ਹੋਇਆ ਕਰਦੇ ਸੀ, ਪੰਜਾਬ ਦੀ ਸਿਹਤ ਦਾ ਖਜ਼ਾਨਾ ਹੋਇਆ ਕਰਦੇ ਸੀ। ਅੱਜ ਪੰਜਾਬ ਦੀ ਖੁਰਾਕ ਦਾ ਹਿੱਸਾ ਮੈਕਸੀਕਨ ਕਣਕ ਬਣ ਗਈ। ਜਿਹੜੀ ਇਹ ਕਣਕ ਦੇ ਬਾਰੇ 'ਚ ਵੀ ਇਹ ਗੱਲ ਸਪਸ਼ਟ ਕਰਦਾ ਕਿ ਜਿਹੜੀ ਕਣਕ ਅਸੀਂ ਪੰਜਾਬ 'ਚ ਅੱਜ ਖਾ ਰਹੇ ਹਾਂ, ਇਹ ਪੰਜਾਬ ਦੀ ਮੁੱਢਲੀ ਕਣਕ ਨਹੀਂ ਹੈਗੀ, ਪੰਜਾਬ ਦੀ ਮੂਲ ਕਣਕ ਨਹੀਂ ਹੈਗੀ। ਜਿਹਦੇ ਕਰਕੇ ਇਸ ਕਣਕ ਦੇ ਵਿੱਚ ਖੁਰਾਕੀ ਤੱਤਾਂ ਦੀ ਗੱਲ ਕਰੀਏ ਤਾਂ ਮਹਿਜ਼ ਜਿਹੜੇ ਤੱਤ ਸਾਨੂੰ ਲੋੜੀਂਦੇ ਨੇ ਉਹ ਉਹਨੇ ਤੱਤ ਪੂਰੇ ਨਹੀਂ ਹੈਗੇ, ਜਿਹਦੇ ਕਰਕੇ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੈ ਤੇ ਮੋਟਾਪਾ ਜਿਹੜਾ ਉਹ ਵੱਧ ਰਿਹਾ। ਸ਼ੂਗਰ, ਕਾਰਬੋਹਾਈਡਰੇਟਸ ਇਹਦੇ 'ਚ ਜ਼ਿਆਦਾ ਨੇ, ਜਿਸ ਕਰਕੇ ਮੋਟਾਪਾ ਵੀ ਵੱਧ ਰਿਹਾ ਹੈ ਤੇ ਐਨਰਜੀ ਜਿਹੜੀ ਹੈ, ਲੋੜੀਂਦੀ ਐਨਰਜੀ ਹੈ, ਉਹ ਵੀ ਇਹਦੇ ਵਿੱਚੋਂ ਸਾਨੂੰ ਤਾਕਤ ਜਿਹੜੀ ਹੈ ਉਹ ਵੀ ਪ੍ਰਾਪਤ ਨਹੀਂ ਹੁੰਦੀ। ਇਹਦਾ ਬਦਲ ਮੋਟੇ ਅਨਾਜ ਦੇ ਰੂਪ ਵਿੱਚ ਕੋਧਰਾ ਪਰਿਵਾਰ ਦੇ ਰੂਪ ਵਿੱਚ ਵਰਤਿਆ ਗਿਆ। ਕੋਧਰਾ ਉਹ ਅਨਾਜ ਹੈ ਜਿਹੜਾ ਸਾਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ ਸੀ। ਉਹਨਾਂ ਨੇ ਦੂਸਰੇ ਅਨਾਜ ਨੂੰ ਰੱਦ ਕਰਕੇ ਇਸ ਅਨਾਜ ਨੂੰ ਪ੍ਰਾਇਰਟੀ ਦਿੱਤੀ। ਜੇ ਇਤਿਹਾਸ 'ਚ ਜਾਈਏ ਤੇ ਇੱਕ ਸਮਾਂ ਹੁੰਦਾ ਸੀ ਜਦੋਂ ਅਸੀਂ ਅਕਸਰ ਸੁਣਦੇ ਹਾਂ ਕਿ ਜਦ ਸਾਡੇ ਘਰਾਂ ਦੇ ਵਿੱਚ ਕੋਈ ਖਾਸ ਮਹਿਮਾਨ ਆਇਆ ਕਰਦਾ ਸੀ ਤਾਂ ਉਸ ਸਮੇਂ ਕਣਕ ਦੀ ਰੋਟੀ ਬਣਿਆ ਕਰਦੀ ਸੀ। ਜੇ ਖੰਡ ਦੀ ਗੱਲ ਕਰੀਏ ਤੇ ਖੰਡ ਵੀ ਇੱਕ ਅਜਿਹਾ ਭੋਜਨ ਹੈ ਜਿਹੜਾ ਉਸ ਸਮੇਂ ਵਰਤਿਆ ਜਾਂਦਾ ਸੀ ਜਦੋਂ ਸਾਡੇ ਘਰਾਂ ਦੇ ਵਿੱਚ ਖਾਸ ਮਹਿਮਾਨ ਆਉਂਦੇ ਸੀ। ਆਮ ਹਾਲਤਾਂ ਦੇ ਵਿੱਚ ਕਣਕ, ਖੰਡ ਇਹ ਚੀਜ਼ਾਂ ਵਰਤਣ ਤੋਂ ਗੁਰੇਜ਼ ਕੀਤਾ ਜਾਂਦਾ ਸੀ। ਅੱਜ ਸਾਡੇ ਭੋਜਨ ਦਾ ਇੱਕ ਮੁੱਢਲਾ ਹਿੱਸਾ ਬਣ ਗਈਆਂ ਨੇ। ਨਾ ਅਸੀਂ ਆਪਣੇ ਭੋਜਨ ਦੇ ਵਿੱਚੋਂ ਖੰਡ ਨੂੰ ਮਨਫੀ ਕਰ ਸਕਦੇ ਹਾਂ, ਨਾ ਸਮੁੰਦਰੀ ਨੂਣ ਨੂੰ ਮਨਫੀ ਕਰ ਸਕਦੇ ਹਾਂ, ਨਾ ਹੀ ਕਣਕ ਜਿਹੜੀ ਹੈ ਉਹ ਸਾਡੇ ਭੋਜਨ ਤੋਂ ਬਾਹਰ ਜਾ ਰਹੀ ਹੈ। ਤੇ ਅਣਗਿਣਤ ਦਵਾਈਆਂ ਸਾਡੇ ਭੋਜਨ ਦਾ ਹਿੱਸਾ, ਮਾਫ ਕਰਨਾ, ਭੋਜਨ ਨਹੀਂ, ਸਾਡੇ ਸਰੀਰ ਦਾ ਹਿੱਸਾ ਬਣ ਗਈਆਂ। ਅਣਗਿਣਤ ਬਿਮਾਰੀਆਂ ਜਿਹੜੀਆਂ ਨੇ ਸਾਡੇ ਸਰੀਰ ਨੂੰ ਲੱਗੀਆਂ, ਜਿਹਦੇ ਕਰਕੇ ਸਾਨੂੰ ਦਵਾਈਆਂ ਤੇ ਡਿਪੈਂਡ ਹੋਣਾ ਪੈਂਦਾ। ਤੇ ਸਾਡੀ ਉਮਰ ਜਿਹੜੀ ਹੈ ਉਹ ਲਗਭਗ, ਸ਼ਬਦ ਹੀ ਵਰਤਾਂਗੇ ਕਿ ਲਗਭਗ ਅੱਧੀ ਕੁ ਉਮਰ ਭੋਗ ਕੇ ਅਸੀਂ ਦੁਨੀਆ ਤੋਂ ਰੁਖਸਤ ਹੋ ਰਹੇ ਹਾਂ। ਆਪਣੀ ਉਮਰ ਨੂੰ ਲੰਮੇਰੀ ਕਰਨ ਵਾਸਤੇ, ਆਪਣੀ ਖੁਰਾਕ ਨੂੰ ਸਿਹਤਮੰਦ ਕਰਨ ਵਾਸਤੇ ਕਿਹੜੇ ਕਿਹੜੇ ਤਰੀਕੇ ਵਰਤੇ ਜਾਣ, ਇਹ ਅਸੀਂ ਮਿਲਟਸ ਦੇ ਜ਼ਰੀਏ ਉਸ ਸੈਸ਼ਨ ਦੇ ਵਿੱਚ ਵਿਸਥਾਰ ਸਹਿਤ ਸਮਝਿਆ। ਮਿਲਟਸ ਦੀ ਖੇਤੀ ਕਿਸ ਤਰੀਕੇ ਨਾਲ ਕਰ ਸਕਦੇ ਆ, ਉਸ ਦਿਨ ਕੁਝ ਕੁ ਸਵਾਲ ਸਾਡੇ ਮਨ 'ਚ ਆਏ ਸੀ ਕਿ ਇਹ ਗੱਲ ਕਿ ਮਿਲਟਸ ਤੋਂ ਬਾਅਦ ਕਿਸ ਤਰ੍ਹਾਂ ਦੀ ਖੇਤੀ ਕੀਤੀ ਜਾਵੇ। ਉਸ ਤੋਂ ਉਹ ਸਾਡੀ ਭੂਮੀ ਦਾ, ਸ਼ਕਤੀ ਦਾ ਕਿੰਨਾ ਹਿੱਸਾ ਉਹ ਲੈ ਜਾਂਦੇ ਤੇ ਉਸ ਤੋਂ ਬਾਅਦ ਸਾਡੀ ਧਰਤੀ ਜਿਹੜੀ ਆ ਉਹ ਅਗਲੀ ਫਸਲ ਵਾਸਤੇ ਕਿੰਨੀ ਕੁ ਤਿਆਰ ਹੁੰਦੀ ਹੈ। ਇਹ ਸਾਰੀਆਂ ਗੱਲਾਂ ਕਰਨ ਵਾਸਤੇ ਸਾਡੇ ਨਾਲ ਅੱਜ ਫਿਰ ਦੁਬਾਰਾ ਜੁੜੇ ਨੇ ਸਰਦਾਰ ਗੁਰਮੁਖ ਸਿੰਘ ਰੰਗੀਨਪੁਰ। ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਤਾਂ ਤੁਹਾਡੇ ਤੇ ਛੱਡਦਾ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਉਸ ਦਿਨ ਕਿਹੜੀਆਂ ਕਿਹੜੀਆਂ ਗੱਲਾਂ ਰਹਿ ਗਈਆਂ ਜਿਹੜੀਆਂ ਅਸੀਂ ਸਾਡੀ ਸੰਗਤ ਨਾਲ ਕਰ ਨਹੀਂ ਸਕੇ। ਪਲੀਜ਼ ਪਹਿਲਾਂ ਉਹ 5 ਤੋਂ 7 ਮਿੰਟ 10 ਮਿੰਟ ਦੇ ਵਿੱਚ ਤੁਸੀਂ ਉਸ ਨੂੰ ਵਾਈਂਡ ਅਪ ਕਰਿਓ। ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਸਵਾਲ ਉਹਦੇ ਵਿੱਚੋਂ ਕੁਝ ਆਉਣਗੇ ਉਹਨਾਂ ਦੇ ਰਿਗਾਰਡਿੰਗ ਆਪਾਂ ਗੱਲ ਕਰਾਂਗੇ। ਹਾਂਜੀ, ਦਰਬਾਰੇ ਖਾਲਸਾ ਦੇ ਇਸ ਮਾਧਿਅਮ ਰਾਹੀਂ ਸਾਰੇ ਜਿਹੜੇ ਜੁੜ ਚੁੱਕੇ ਨੇ ਸਾਡੇ ਸਾਥੀ, ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੇ ਬਹੁਤ ਹੀ ਵਿਸਤਾਰ ਨਾਲ ਇਹ ਗੱਲ ਕੀਤੀ ਆ ਕਿ ਮੂਲ ਅਨਾਜ ਕਿਵੇਂ ਸਾਡਾ ਜਿਹੜਾ ਭੋਜਨ ਦਾ ਹਿੱਸਾ ਸੀਗੇ, ਸਾਡੇ ਜਿਹੜੇ ਬਜ਼ੁਰਗ ਸੀਗੇ ਇਹਨਾਂ ਨੂੰ ਛਕਦੇ ਸੀ। ਤੇ ਉਹ ਇੱਕ ਬਜ਼ਾਰੂ ਸ਼ਕਤੀਆਂ ਕਹਿ ਦਿੰਦੇ ਹਾਂ ਆਪਾਂ, ਇੱਕ ਜਿਹੜਾ ਵਪਾਰੀ ਤਬਕਾ ਕਹਿ ਸਕਦੇ ਹਾਂ, ਜਿਹਨੇ ਉਸ ਅਨਾਜ ਨੂੰ ਸਾਡੇ ਭੋਜਨ ਲੜੀ ਚੋਂ ਮਨਫੀ ਕੀਤਾ। ਅਸੀਂ ਇਹ ਜਿਹੜਾ ਅਨਾਜ ਆ ਉਹਦੇ 'ਚ 2-3 ਕਮਜ਼ੋਰੀਆਂ ਹੋਰ ਵੀ ਆਪ ਜੀ ਨੇ ਸਾਂਝੀ ਕੀਤੀ ਸੀਗੀਆਂ ਵੀ ਇਸ ਅਨਾਜ ਨੂੰ ਉਖਲੀ 'ਚ ਕੁੱਟ ਕੇ ਖਾਣਾ ਪੈਂਦਾ ਆ। ਇਹਦੇ ਤੇ ਪ੍ਰਾਇਮਰੀ ਪ੍ਰੋਸੈਸਿੰਗ ਦੀ ਲੋੜ ਪੈਂਦੀ ਆ। ਤੇ ਜਿਹੜੇ ਕਣਕ ਤੇ ਚਾਵਲ
ਇਹਨਾਂ ਅਨਾਜਾਂ ਨੂੰ ਖਾਸ ਕਰਕੇ ਕਣਕ ਨੂੰ ਕਿਸੇ ਵੀ ਪ੍ਰੋਸੈਸਿੰਗ ਦੀ ਲੋੜ ਨਹੀਂ ਪੈਂਦੀ, ਸਿੱਧੀ ਹੀ ਆਟਾ ਬਣਾ ਖਾਧੀ ਜਾ ਸਕਦੀ ਹੈ। ਤੇ ਮੈਂ ਸਮਝਦਾ ਕੋਈ ਇਹ ਵੀ ਵਜ੍ਹਾ ਸੀਗੀ ਕਿ ਅਸੀਂ ਹਮੇਸ਼ਾ ਮਨੁੱਖ ਦੀ ਫਿਤਰਤ ਰਹੀ ਆ ਕਿ ਉਹ ਹਾਰਡ ਵਰਕ ਤੋਂ, ਮਿਹਨਤ ਵਾਲੇ ਕੰਮ ਤੋਂ ਕੰਨੀ ਕਤਰਾਉਂਦਾ ਆ। ਤੇ ਦੂਜੀ ਗੱਲ ਸਾਡੀ ਇਹ ਵੀ ਫਿਤਰਤ ਰਹੀ ਆ ਕਿ ਆਪਾਂ ਜਿਹਨੂੰ ਵੱਡੇ ਲੋਕ ਸਮਝਦੇ ਆ ਜਾਂ ਉਹ ਜਿੰਨਾ ਤੁਸੀਂ ਪ੍ਰਭਾਵਿਤ ਹੋ ਜਾਂਦੇ ਆ, ਅਸੀਂ ਉਹਨਾਂ ਦੀ ਚੀਜ਼ ਨੂੰ ਛੇਤੀ ਬਣਾ ਲੈਂਦੇ ਆ, ਚਾਹੇ ਉਹਨਾਂ ਦੇ ਉਸ ਜਿਹੜਾ ਉਹ ਵਰਤ ਰਹੇ ਹੋਣ, ਲੇਕਿਨ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਉਹਦਾ ਨਿਰਣਾ ਨਹੀਂ ਕਰ ਪਾਉਂਦੇ। ਤੇ ਇੱਥੇ ਸਾਡੇ ਇਹਨਾਂ ਮੂਲ ਅਨਾਜਾਂ ਵਿੱਚ ਵੀ ਇਹੀ ਕਾਰਨ ਬਣਿਆ ਕਿ ਆਪਾਂ ਐਜ਼ ਏ ਫੈਸ਼ਨ ਬਹੁਤ ਛੇਤੀ ਇਹਨੂੰ ਬਣਾ ਲਿਆ। ਤੇ ਜਿਵੇਂ ਆਪ ਜੀ ਗੱਲ ਕਰ ਰਹੇ ਹੋ, ਕਾਫੀ ਬਜ਼ੁਰਗਾਂ ਨਾਲ ਗੱਲ ਹੋਈ, ਉਹ ਇਹੋ ਦੱਸਦੇ ਸੀਗੇ ਕਿ ਅਸੀਂ ਆਪਣੇ ਘਰ 'ਚ ਜਦੋਂ ਕੋਈ ਪ੍ਰਾਹੁਣਾ ਆਉਣਾ ਤਾਂ ਬੜਾ ਖੁਸ਼ ਹੋਣਾ, ਬਹੁਤ ਖੁਸ਼ ਹੋਣਾ ਕਿ ਅੱਜ ਸਾਨੂੰ ਜਿਹੜੀ ਹੈ ਕਣਕ ਦੀ ਰੋਟੀ ਖਾਣ ਨੂੰ ਮਿਲੇਗੀ। ਕਿਉਂਕਿ ਇਹਦਾ ਜਿਹੜਾ ਰੋਟੀ ਦਾ ਵੀ ਜਿਹੜਾ ਇੱਕ ਕਹਿ ਲਈਏ ਵੀ ਉਹਦਾ ਸਵਾਦ, ਜਿਹੜਾ ਮਿਲੇਟਸ ਦੀ ਰੋਟੀ ਨੇ ਉਹਨਾਂ ਦਾ ਖਾਣ ਦੇ ਵਿੱਚ ਜਿਹੜਾ ਉਹਨਾਂ ਨੂੰ ਥੋੜੀ ਦਿੱਕਤ ਵੀ ਆਉਂਦੀ ਆ, ਹਾਰਡ ਵੀ ਹੁੰਦੀਆਂ ਨੇ, ਸਖਤ ਵੀ ਹੁੰਦੀਆਂ ਨੇ, ਉਸ ਚੀਜ਼ ਤੋਂ ਵੀ ਬੱਚੇ ਜਿਹੜੇ ਸੀਗੇ ਨਾ ਕੰਨੀ ਕਤਰਾਉਂਦੇ ਸੀ। ਕਣਕ ਦੀ ਰੋਟੀ ਬਹੁਤ ਮੁਲਾਇਮ, ਗਲੂਟਨ ਦੀ ਵਜ੍ਹਾ ਕਰਕੇ, ਤੇ ਉਹ ਸਭ ਚੀਜ਼ਾਂ ਜਿਹੜੀਆਂ ਸਾਨੂੰ ਲੁਭਾਉਣ ਲੱਗੀਆਂ ਤੇ ਅਸੀਂ ਜਿਹੜਾ ਕਣਕ ਨੂੰ ਅਪਣਾ ਲਿਆ। ਤੇ ਦੂਜੀ ਗੱਲ ਹੈ ਵੀ ਉਹਨਾਂ ਨੇ ਵੀ ਇੱਥੇ ਇਹਦੀ ਖੇਤੀ ਜਿਹੜੀ ਹੈ ਨਾ ਆਰੰਭ ਕਰਵਾਈ। ਔਰ ਸਭ ਤੋਂ ਵੱਡੀ ਮੈਂ ਗੱਲ ਮਤਲਬ ਆਪ ਜੀ ਨੇ ਸਾਂਝੀ ਕਰਨੀ ਚਾਹੁੰਦਾ ਆ ਵੀ ਅਸੀਂ ਇਸੇ ਤਰੀਕੇ ਦੇ ਨਾਲ ਆਪਣੇ ਸਾਰੇ ਜਿਹੜਾ ਸਾਡਾ ਇੱਕ ਲਾਈਫ ਸਟਾਈਲ ਸੀਗਾ ਉਹਨੂੰ ਬਦਲ ਲਿਆ ਇਹਨਾਂ ਦੂਜੇ ਲੋਕਾਂ ਦੇ ਪਿੱਛੇ ਲੱਗ ਕੇ। ਜਿੱਦਾਂ ਹੁਣ ਆਪਾਂ ਦਵਾਈਆਂ ਦੀ ਗੱਲ ਕਰਦੇ ਆ, ਸਿਹਤ ਸੰਬੰਧੀ ਅਗਰ ਗੱਲ ਆਉਂਦੀ ਆ ਤੇ ਆਪਾਂ ਜਿਵੇਂ ਐਲੋਪੈਥੀ ਨੂੰ ਬਹੁਤ ਵੱਡੇ ਪੱਧਰ ਤੇ ਬਣਾ ਲਿਆ, ਜਿਹੜੀਆਂ ਉਹ ਪੈਥੀਜ਼, ਉਹ ਇਲਾਜ ਪ੍ਰਣਾਲੀਆਂ ਜਿਹੜੀਆਂ ਲਾਹੇਵੰਦੀਆਂ ਸੀਗੀਆਂ ਸਾਡੇ ਵਾਸਤੇ ਛੱਡ ਚੁੱਕੇ। ਜਦ ਕਿ ਦੇਖੋ ਹੁਣ ਕਿੰਨੇ ਵੱਡੇ ਪੱਧਰ ਤੇ ਆ ਸਮੱਸਿਆ ਪੈਦਾ ਹੋਈ ਆ। ਤੇ ਔਰ ਕੋਈ ਵੀ ਦੇਸ਼ ਅੱਜ ਤੱਕ ਇਸ ਬਿਮਾਰੀ ਬਾਰੇ ਜਾਂ ਜਿਹੜਾ ਰੌਲਾ ਪਾ ਰਹੇ ਨੇ, ਉਹ ਐਲੋਪੈਥੀ ਵਾਲੇ ਕੋਈ ਵੀ ਉਹਦਾ ਜਿਹੜਾ ਵਾ ਨਾ ਹੱਲ ਨਹੀਂ ਦੇ ਪਾ ਰਹੇ। ਤੇ ਰੋਜ਼ ਨਵੀਆਂ ਗੱਲਾਂ ਹੁੰਦੀਆਂ, ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ। ਤੇ ਜੇ ਆਪਾਂ ਦੇਖੀਏ ਵੀ ਜਿੱਦਾਂ ਹੋਮਿਓਪੈਥੀ ਦੀ ਗੱਲ ਕਰਦੇ ਆ ਜਾਂ ਆਯੁਰਵੇਦ ਦੀ ਗੱਲ ਕਰਦੇ ਆ, ਇਸ ਦੇਸ਼ ਦੀ ਇਹ ਪ੍ਰਣਾਲੀ ਆ, ਦੋਵੇਂ ਪ੍ਰਣਾਲੀਆਂ ਆਯੁਰਵੈਦਿਕ ਜਿਹੜੀ ਆ, ਔਰ ਇਸੇ ਦੇਸ਼ ਵਿੱਚ ਇਸ ਪ੍ਰਣਾਲੀ ਨੂੰ ਅੱਜ ਵੀ ਜਿਹੜਾ ਵਾ ਨਾ ਉਹਨੂੰ ਪਛਾੜਿਆ ਜਾ ਰਿਹਾ ਵਾ ਇੱਕ ਬਜ਼ਾਰੂ ਸ਼ਕਤੀਆਂ ਦੇ ਪ੍ਰਭਾਵ ਹੇਠ ਆਣ ਕੇ। ਇਹ ਤੇ ਸੀਗੀ ਗੱਲ ਜੀ ਸਾਡੇ ਬਦਲਣ ਬਾਰੇ ਜੀ, ਅਸੀਂ ਕਿਵੇਂ ਇਹਨੂੰ ਬਦਲ ਲਿਆ ਜਾਂ ਸਾਡੀ ਸੋਚ ਵਿੱਚ ਕੀ ਕਮਜ਼ੋਰੀ ਸੀਗੀ ਹੈ ਜੀ। ਦੂਜੀ ਗੱਲ ਮੈਂ ਹੁਣ ਆਉਣਾ ਜੀ, ਆਪਾਂ ਹੁਣ ਆ ਜਾਂਦੇ ਸਿੱਧੇ ਕਿਉਂਕਿ ਸਮੇਂ ਦੀ ਵੀ ਕਦਰ ਕਰਨੀ ਚਾਹੀਦੀ ਹੈ। ਜਿਹੜਾ ਆਪਣਾ ਮੂਲ ਅਨਾਜਾਂ ਬਾਰੇ ਮੈਂ ਉਹਦੇ ਨਾਲ ਗੱਲ ਕੀਤੀ ਸੀ ਕਿ ਇਹ ਬਹੁਤ ਹੀ ਖੁਰਾਕੀ ਤੱਤ ਸਾਡੇ ਖੇਤ ਚੋਂ ਲੈ ਲੈਂਦੇ ਆ। ਇਹ ਤੇ ਇੱਕ ਆਮ ਜੀ ਕਾਮਨ ਜੀ ਗੱਲ ਆ ਵੀ ਜਿਹੜੀ ਫਸਲ ਜਿਹੜਾ ਅਨਾਜ ਖੇਤ ਚੋਂ ਪੈਦਾ ਹੁੰਦਾ ਆ, ਉਹ ਅਨਾਜ ਉਸ ਖੇਤ ਵਿੱਚੋਂ ਖੁਰਾਕੀ ਤੱਤ ਲੈ ਕੇ ਹੀ ਪੈਦਾ ਹੁੰਦਾ ਆ। ਤੇ ਜਿਸ ਅਨਾਜ ਵਿੱਚ ਖੁਰਾਕੀ ਤੱਤਾਂ ਦੀ ਬਹੁਤਾਤ ਆ, ਉਹਨੇ ਖੇਤ ਵਿੱਚੋਂ ਵੀ ਬਹੁਤੇ ਗਿਣਤੀ ਵਿੱਚ ਜਿਹੜਾ ਵਾ ਉਹ ਖੁਰਾਕੀ ਤੱਤਾਂ ਨੂੰ ਖੇਤ ਵਿੱਚੋਂ ਲੈਣਾ ਆ। ਸੋ ਇਹਦੇ ਬਾਰੇ ਵੀ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਅਸੀਂ ਅਗਰ ਆਪਣੀ ਖੇਤੀ ਨੂੰ ਕੁਦਰਤੀ ਵਰਤਾਰੇ ਅਨੁਸਾਰ, ਕੁਦਰਤੀ ਢੰਗ ਅਨੁਸਾਰ ਆਪਾਂ ਇਹਨੂੰ ਹਰ ਚੀਜ਼ ਨੂੰ ਮੈਨੇਜ ਕਰੀਏ ਤੇ ਧਰਤੀ ਵਿੱਚ ਤੱਤਾਂ ਦੀ ਕੋਈ ਕਮੀ ਨਹੀਂ, ਲੇਕਿਨ ਉਹਨੂੰ ਮੈਨੇਜ ਕਰਨ ਦੀ ਲੋੜ ਹੈ। ਜਿਵੇਂ ਮੈਂ ਆਪਣੇ ਜੋ ਮੇਰਾ 3 ਸਾਲ ਦਾ ਤਜਰਬਾ, ਮੈਂ ਉਹਦੇ ਸੰਬੰਧ ਤੁਹਾਡੇ ਨਾਲ ਚਰਚਾ ਕਰਨੀ ਚਾਹਾਂਗਾ। ਜਿੱਥੇ ਮੂਲ ਅਨਾਜ ਉਗਾਏ ਜਾਂਦੇ ਨੇ ਉੱਥੇ ਸਾਨੂੰ ਫਸਲੀ ਚੱਕਰ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਪੈਂਦੀ ਹੈ। ਬਿਲਕੁਲ ਜ਼ਰੂਰੀ ਮੁੱਦਾ ਹੈ। ਹਾਂਜੀ। ਤੇ ਜਿਵੇਂ ਕਿ ਵੱਖ-ਵੱਖ ਫਸਲਾਂ ਦੀ, ਜਿੱਦਾਂ ਆਪਾਂ ਜਿਹੜੇ 3 ਤੱਤ ਅੱਜ ਸਾਨੂੰ ਹਰਾ ਇਨਕਲਾਬ ਦੇ ਦੌਰਾਨ ਜਿਹੜੇ ਸਾਡੇ ਚ ਅੱਜ ਬਹੁਤ ਪਪੂਲਰ ਨੇ, NPK ਰਿਕੁਆਇਰਮੈਂਟ ਹਰ ਫਸਲ ਦੀ ਅਲੱਗ-ਅਲੱਗ ਆ। ਸੋ ਉਹ ਜਿਹੜਾ ਅਲੱਗ-ਅਲੱਗ NPK ਨੂੰ ਥੋੜਾ ਖੋਲ ਕੇ ਦੱਸੋਗੇ ਜੀ? ਹਾਂਜੀ। N ਤੋਂ ਨਾਈਟ੍ਰੋਜਨ, P ਤੋਂ ਫਾਸਫੋਰਸ, K ਤੋਂ ਪੋਟਾਸ਼। ਇਹ ਜਿਹੜੇ 3 ਤੱਤ ਨੇ ਇਹ ਪ੍ਰਧਾਨ ਤੱਤ ਗਿਣੇ ਜਾਂਦੇ ਨੇ। ਤੇ ਸਾਡੀ ਜਿਹੜੀ ਅੱਜ ਦੀ ਜਿਹੜੀ ਹਰੀ ਕ੍ਰਾਂਤੀ ਦੇ ਬਾਅਦ ਜੋ ਖੇਤੀ ਹੋਂਦ ਵਿੱਚ ਆਈ ਆ ਪ੍ਰਣਾਲੀ, ਉਹਦੇ ਵਿੱਚ ਇਹਨਾਂ 3 ਤੱਤਾਂ ਤੇ ਹੀ ਜ਼ੋਰ ਦਿੱਤਾ ਜਾਂਦਾ ਆ।
ਬਾਕੀ ਜਿਹੜੇ ਜ਼ਰੂਰੀ ਤੱਤ ਨੇ ਉਹ ਦੱਸਦੇ ਨੇ ਜਿਹੜੇ ਤੱਕ ਸਿਰਫ 10 ਜਾਂ 11 ਦੀ ਜਿਹੜੀ ਆ ਨਾ ਹੋਣ ਦਾ ਪਤਾ ਕਰ ਸਕਿਆ ਵਾ। ਬਾਕੀ ਦੀ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਕਿਹੜੇ ਕਿਹੜੇ ਹੋਰ ਤੱਤ ਨੇ। ਇਹ ਇੱਕ ਕਿਉਂਕਿ ਜੋ ਅਕਾਲ ਪੁਰਖ ਦੀ ਜਿਹੜੀ ਇਹ ਰਚਨਾ ਆ ਬੜੀ ਵਿਚਿੱਤਰ ਰਚਨਾ ਆ, ਤੇ ਆਪਾਂ ਸਮਝਦੇ ਹਾਂ ਕਿ ਸ਼ਾਇਦ ਅਸੀਂ ਆਪਣੇ ਬੁੱਧੀ ਦੇ ਨਾਲ ਉਹਦਾ ਥਾਹ ਪਾ ਸਕਦੇ ਹਾਂ। ਸੰਭਵ ਹੀ ਨਹੀਂ ਜੀ ਇਹ ਗੱਲ, ਲੇਕਿਨ ਇਹ ਸੰਭਵ ਨਹੀਂ ਆ। ਚਲੋ ਆਪਾਂ ਕੁਦਰਤੀ ਜਿਹੜੇ ਵਰਤਾਰੇ ਦੇ ਵਿੱਚ ਆਉਂਦੇ ਆ, ਗੱਲ ਵਿੱਚ ਆਉਂਦੇ ਆ। ਜਿਹੜੀ NPK ਦੀ ਗੱਲ ਜਿਹੜੀ ਮੈਂ ਕਰ ਰਿਹਾ ਆ, ਉਹ ਅਗਰ ਤੁਸੀਂ ਇੱਕ ਖੇਤ ਚੋਂ ਬਾਰ-ਬਾਰ ਇੱਕੋ ਤਰ੍ਹਾਂ ਦੀ NPK ਰਿਕੁਆਇਰਮੈਂਟ ਵਾਲੀ ਫਸਲ ਲਗਾਈ ਜਾਓਗੇ ਤਾਂ ਦੀ ਉਸ ਖੇਤ ਵਿੱਚ ਜਿਹੜੀ ਆ ਘਾਟ ਹੋ ਜਾਏਗੀ, ਅਨਬੈਲੈਂਸ ਹੋ ਜਾਣਗੇ, ਤੇ ਸਾਡੀ ਫਸਲ ਜਿਹੜੀ ਆ ਉਹ ਅਗਲੀ ਫਸਲ ਜਿਹੜੀ ਆ ਉਹ ਪ੍ਰੋਪਰ ਨਹੀਂ ਹੋ ਪਾਏਗੀ। ਇਸੇ ਤਰ੍ਹਾਂ ਮਿਲਟਸ ਦੀ ਵੀ ਇਹੀ ਇੱਕ ਗੱਲ ਆ ਵੀ ਇਹ ਜਦੋਂ ਖੇਤ ਵਿੱਚ ਤੱਤ ਵੱਧ ਖਿੱਚ ਲੈਂਦੀ ਆ ਤੇ ਫਿਰ ਇਹਦੇ ਸਾਨੂੰ ਮੈਨੇਜ ਸਹੀ ਤਰੀਕੇ ਨਾਲ ਕਰਨਾ ਪਊਗਾ। ਮੈਨੇਜ ਕਰਨ ਵਾਸਤੇ ਫਸਲੀ, ਹਾਂਜੀ, ਉਹਦਾ ਫਸਲੀ ਚੱਕਰ ਜਿਹੜਾ ਵਾ ਨਾ ਉਹ ਬਹੁਤ ਹੀ ਇੰਪੋਰਟੈਂਟ ਹੈ। ਮੈਂ ਹੁਣ ਆਪਣੇ ਖੇਤਾਂ 'ਚ ਵੈਸੇ ਇਸ ਵੇਲੇ ਖੜਾ ਆ, ਮੇਰੀ ਅੱਜ ਵੀਡੀਓ ਨਹੀਂ ਚੱਲ ਰਹੀ, ਨਹੀਂ ਤੇ ਮੈਂ ਤੁਹਾਨੂੰ ਜਿੱਥੇ ਮਿਲਟਸ ਵਾਲੇ ਖੇਤ ਵਿੱਚ ਮੈਂ ਦਿਖਾ ਸਕਦਾ ਸੀਗਾ ਕਿ ਅੱਜ ਵੀ ਸਾਡੇ ਉਸ ਖੇਤ ਵਿੱਚ ਮਸਰ ਤੇ ਚਨੇ, ਮਸਰ ਤਾਂ ਅਸੀਂ ਕੱਟ ਲਏ ਨੇ, ਲੇਕਿਨ ਚਨੇ ਅੱਜ ਵੀ ਬਹੁਤ ਸਹੀ ਖੜੇ ਨੇ। ਤੇ ਇੱਕ ਜਗ੍ਹਾ ਤੇ ਮੂੰਗੀ ਬੀਜੀ ਹੋਈ ਆ, ਔਰ ਉਹ ਮੂੰਗੀ ਵੀ ਬਹੁਤ ਵਧੀਆ ਆ। ਤੇ ਇਹਦੇ 'ਚ ਇਹ ਆ ਵੀ ਲੈਗਿਊਮਸ ਵਾਲੀ ਫਸਲਾਂ, ਦਾਲਾਂ ਵਾਲੀਆਂ ਫਸਲਾਂ ਮਿਲਟਸ ਤੋਂ ਬਾਅਦ ਲਾਉਣੀਆਂ ਬਹੁਤ ਲਾਹੇਵੰਦੀਆਂ ਨੇ। ਜਾਂ ਆਪਾਂ ਟ੍ਰਾਇਲਸ ਵਿੱਚ ਇਹ ਵੀ ਦੇਖਿਆ ਆ ਕਿ ਜੌਂ ਵੀ ਉਸ ਖੇਤ ਵਿੱਚ ਠੀਕ ਹੋ ਜਾਂਦੇ ਨੇ, ਤੇ ਜਾਂ ਫਿਰ ਅਲਸੀ ਦੀ ਫਸਲ ਵੀ ਜਿਹੜੀ ਸਹੀ ਹੋ ਜਾਂਦੀ ਹੈ। ਇਹ ਜਿਹੜੀਆਂ ਦਾਲਾਂ ਵਾਲੀਆਂ ਫਸਲਾਂ, ਜੌਂ ਤੇ ਅਲਸੀ, ਇਹ ਫਸਲਾਂ ਜਿਹੜੀਆਂ ਵਾ ਉਹ ਇਹਨਾਂ ਦੀ ਮੈਚਿੰਗ ਵਿੱਚ ਹੈਗੀ ਹੈ, ਮੈਂ ਸਮਝਦਾ ਆ। ਕਿਉਂਕਿ ਆਪਾਂ ਤੇ ਤਜਰਬੇ, ਅਸੀਂ ਤਾਂ ਆਪਣੇ ਤਜਰਬੇ ਨਾਲ ਗੱਲ ਕਰਨੀ ਹੈ, ਸਾਡੇ ਕੋਲ ਕੋਈ ਲੈਬ ਦੀ ਕੋਈ ਵੀ ਰਿਪੋਰਟ ਨਹੀਂ ਹੈਗੀ। ਅਸੀਂ ਸਿਰਫ ਤਜਰਬੇ ਦੇ ਆਧਾਰ ਤੇ ਗੱਲ ਕਰਦੇ ਹਾਂ ਵੀ ਇਹਨਾਂ ਫਸਲਾਂ ਨੂੰ ਦੇਖਿਆ ਗਿਆ ਵੀ ਇਹ ਫਸਲਾਂ ਜਿਹੜੀਆਂ ਇਹ ਵਧੀਆ ਹੋ ਜਾਂਦੀਆਂ ਨੇ। ਤੇ ਇੱਕ ਹੋਰ ਇਹਦੇ 'ਚ ਮੈਂ ਗੱਲ ਜੋੜਨੀ ਚਾਹਾਂਗਾ ਵੀ ਫਸਲਾਂ ਜਿਹੜਾ ਸਾਡਾ ਇੱਕ ਮੋਨੋਕਲਚਰ ਵਾਲਾ ਜਿਹੜਾ ਸਾਡਾ ਹੈਗਾ ਨਾ ਜੀ, ਮੋਨੋਕਲਚਰ ਕੀ ਹੈਗਾ ਆ, ਇੱਕੋ ਤਰ੍ਹਾਂ ਦੀ ਫਸਲ ਸਾਰੇ ਖੇਤ ਵਿੱਚ ਬੀਜਣੀ, ਇਹਨੂੰ ਅਸੀਂ ਮੋਨੋਕਲਚਰ ਕਹਿ ਦਿੰਦੇ ਹਾਂ। ਇਹ ਜਿਹੜਾ ਮੋਨੋਕਲਚਰ ਵਾਲਾ ਜਿਹੜਾ ਅਸੀਂ ਢੰਗ ਅਪਣਾਇਆ ਆਪਣੇ ਖੇਤੀ ਵਿੱਚ, ਇਹ ਬਹੁਤ ਹੀ ਨੁਕਸਾਨਦੇਹ ਆ। ਤੇ ਇਹ ਜਿਹੜੇ ਸਾਡੇ ਖੇਤ, ਜਿਹੜੀ ਸਾਡੀ ਫਸਲ ਆ, ਉਹਨੂੰ ਉਹਦੇ ਵਿੱਚ ਤੱਤਾਂ ਦੀ ਜਿਹੜੀ ਆ ਨਾ ਘਾਟ ਨੂੰ ਜਿਹੜਾ ਵਾ ਨਾ ਕਰਨ ਦਾ ਪੈਦਾ ਕਰਨ ਦਾ ਕਾਰਨ ਬਣਦਾ ਆ। ਕਿਉਂਕਿ ਜੇ ਉਹ ਕਣਕ ਆ ਤੇ ਉਹਨਾਂ ਇੱਕੋ ਤਰ੍ਹਾਂ ਦੇ ਤੱਤ ਲੈਣੇ ਨੇ ਖੇਤ ਚੋਂ, ਔਰ ਉਹ ਇੱਕ ਦੂਜੇ ਦੇ ਨਾਲ ਮੁਕਾਬਲੇਬਾਜ਼ੀ ਵੀ ਹੁੰਦੀ ਆ। ਫਿਰ ਅਸੀਂ ਅੱਗੇ ਚੱਲ ਕੇ ਹੋਰ ਇੱਕ ਨਵੀਂ ਚੀਜ਼ ਆਪਣੇ ਐਡ ਕਰ ਲਈ ਕਿ ਜਦ ਖੇਤੀ ਕਰਦੇ ਆ, ਭਾਈ ਅਵਤਾਰ ਸਿੰਘ ਜੀ ਫਗਵਾੜੇ ਵਾਲਿਆਂ ਨੇ ਆਪ ਜੀ ਨੂੰ ਦੱਸਿਆ ਸੀਗਾ ਕਿ 5 ਕਿਲੋ ਬੀਜ ਦੇ ਨਾਲ 32,000 ਦਾਣੇ ਦੇ ਨਾਲ ਕਣਕ ਦਾ ਪੂਰਾ ਝਾੜੋ ਲੈਂਦੇ ਨੇ। ਉਹ ਜਦੋਂ ਆਪਾਂ ਲੇਕਿਨ ਜਿਹੜੀ ਸਾਡੀ ਚੱਲ ਰਹੀ ਵਿਧੀ ਆ ਜਾਂ ਇਹ ਜੋ ਅਸੀਂ ਕੰਮ ਕਰ ਰਹੇ ਹਾਂ ਖੇਤੀ ਵਿੱਚ, ਜਿਹੜਾ ਅੱਜ ਦੇ ਸਮੇਂ 'ਚ ਰਸਾਇਣਿਕ ਖੇਤੀ ਵਿੱਚ, ਇਹ 40 ਕਿਲੋ ਏਕੜ ਦਾ ਬੀਜ ਪਾਉਂਦੇ ਆ। ਦੇਖੋ ਕਿੰਨਾ ਵੱਡਾ ਅੰਤਰ ਹੈ। ਬਿਲਕੁਲ ਚੌਥਾ ਹਿੱਸਾ ਬੀਜ ਤੇ ਆਪਾਂ ਖੇਤੀ ਕਰੀਏ, ਇਹਦੇ ਤੋਂ ਵੀ ਘੱਟ ਗਏ ਸੀ, ਮੈਂ ਖਿਆਲ 1 ਕਿਲੋ 200 ਗ੍ਰਾਮ ਹੀ ਸ਼ਬਦ ਵਰਤੇ ਸੀਗੇ ਅਵਤਾਰ ਸਿੰਘ ਹੋਰਾਂ ਨੇ। ਹਾਂਜੀ, 32, ਸੌਰੀ ਮੈਂ 5 ਕਿਲੋ ਕਿਹਾ, 32,000 ਦਾਣਾ ਕਿਹਾ ਸੀ, 1 ਕਿਲੋ 200 ਗ੍ਰਾਮ। ਹਾਂਜੀ, ਦੇਖੋ ਕਿੰਨਾ ਵੱਡਾ ਅੰਤਰ ਆ। ਉਹਦੇ ਪਿੱਛੇ ਇਹ ਵੀ ਜਿਹੜੀ ਆਪਾਂ ਜਿਹੜੀ ਗੱਲ ਕਰ ਰਹੇ ਆ ਖੁਰਾਕੀ ਤੱਤਾਂ ਦੀ ਮੈਨੇਜਮੈਂਟ ਦੀ ਖੇਤ ਵਿੱਚ ਫਸਲ ਵਾਸਤੇ, ਉਹਦੀ ਆਪਾਂ ਉਹਦੇ ਅਨੁਸਾਰ ਉਹ ਵਧੀਆ ਮੈਨੇਜ ਹੋ ਜਾਂਦੇ ਨੇ। ਜਦੋਂ ਆਪਾਂ ਬੀਜ ਵੱਧ ਪਾ ਦਿੰਦੇ ਆ ਤੇ ਇਹ ਬੀਜ ਜਿਹੜੇ ਨੇ ਫਿਰ ਉਹ ਖੁਰਾਕੀ ਤੱਤਾਂ ਦੀ ਵੱਧ ਡਿਮਾਂਡ ਕਰਦੇ ਆ, ਅਸੀਂ ਖਾਦਾਂ ਵੱਧ ਪਾਉਂਦੇ ਆ। ਉਸ ਤੋਂ ਬਾਅਦ ਫਿਰ ਜਦੋਂ ਸੰਘਣੀ ਖੇਤੀ ਹੁੰਦੀ ਆ, ਕੀੜੇ ਪਨਪਦੇ ਆ, ਹਾਂਜੀ, ਫਿਰ ਉਹਨਾਂ ਵਾਸਤੇ ਅਸੀਂ ਦਵਾਈਆਂ ਪਾਉਂਦੇ। ਇਹਦੇ ਪਿੱਛੇ ਸਾਰੀ ਬਜ਼ਾਰੂ ਸੋਚ ਕੰਮ ਕਰ ਰਹੀ ਆ। ਜਿਹੜਾ ਬੀਜ ਦਾ ਵਪਾਰ ਆ, ਇਹ ਬਹੁਤ ਵੱਡਾ ਵਪਾਰ ਆ। ਆਪਾਂ ਜਾਣਦੇ ਆ ਕਿਵੇਂ ਹੁਣ ਸਾਡੇ ਕੋਲ GM ਸੀਡ ਜਾਂ ਹੋਰ ਬੀਜਾਂ ਦੀ ਭਰਮਾਰ ਹੁੰਦੀ ਜਾ ਰਹੀ ਆ, ਜਾਂ ਹਾਈਬ੍ਰਿਡ ਸੀਡ ਆ ਗਏ ਨੇ। ਉਹਦੇ ਪਿੱਛੇ ਇੱਕ ਬਜ਼ਾਰੂ ਸੋਚ ਹੀ ਕੰਮ ਕਰ ਰਹੀ ਆ ਵੀ ਇਜਾਰੇਦਾਰੀ ਸਾਰੀ, ਮਤਲਬ ਬੀਜਾਂ ਤੇ ਜਿਹੜਾ ਕਬਜ਼ਾ ਸਾਡਾ ਰਵੇ, ਠੀਕ ਹੈ ਨਾ। ਔਰ ਜੇ ਕਿਸਾਨ, ਜਿੰਨਾ ਚਿਰ ਕਿਸਾਨ ਤੁਹਾਨੂੰ ਇੱਥੇ ਥੋੜਾ ਰੋਕਣਾ ਚਾਹੂੰਗਾ ਜੀ। ਇੱਕ ਗੱਲ ਮੇਰੇ ਹੁਣੇ ਦਿਮਾਗ 'ਚ ਆਈ ਹੈ, ਇਹ ਜਿਹੜੀ ਤੁਹਾਨੂੰ ਕਈ ਦਿਨਾਂ ਤੋਂ ਮੈਂ ਪੁੱਛਣੀ ਚਾਹ ਰਿਹਾ ਸੀਗਾ ਤੇ ਇਤਫਾਕਵਸ ਗੱਲ ਨਹੀਂ ਸੀ ਬਣ ਰਹੀ। ਜਿਸ ਤਰ੍ਹਾਂ ਅੱਜ ਸਿਸਟਮ ਚੱਲ ਰਿਹਾ ਹੈ ਹਾਈਬ੍ਰਿਡ ਸੀਡਸ ਦਾ, ਜੀ, ਕਿ ਜਿਹੜਾ ਫਸਲ ਹੈ, ਜਿਹੜੀ ਫਸਲ ਸਾਡੇ ਖੇਤ 'ਚ ਹੁੰਦੀ ਹੈ, ਉਹਦਾ ਬੀਜ ਸਾਨੂੰ ਬਾਜ਼ਾਰ ਤੋਂ ਹੀ ਲੈਣਾ ਪੈਂਦਾ
ਜਿਹੜੀ ਫਸਲ ਦੀ ਪ੍ਰੋਡਕਸ਼ਨ ਅਸੀਂ ਕੀਤੀ ਆ ਉਹ ਸਾਡੇ ਖੇਤ ਦੇ ਵਿੱਚ ਦੁਬਾਰਾ ਉਸੇ ਪ੍ਰੋਡਕਸ਼ਨ ਤੋਂ ਅਸੀਂ ਉਹਨੂੰ ਬੀਜ ਨਹੀਂ ਸਕਦੇ। ਜੀ ਜੀ ਜੀ। ਜਿਹੜੇ ਇਹ ਮਿਲਟਸ ਦੀ ਗੱਲ ਕਰਦੇ ਆ, ਇਸ ਅਨਾਜ ਦਾ ਜਿਹੜਾ ਬੀਜ ਹੈ ਕੀ ਸਾਨੂੰ ਵਾਰ-ਵਾਰ ਇਸੇ ਤਰ੍ਹਾਂ ਖਰੀਦਣਾ ਪਏਗਾ ਜਾਂ ਜਦੋਂ ਇੱਕ ਵਾਰ ਸਾਡੇ ਖੇਤ 'ਚ ਹੋਊਗਾ ਤੇ ਉਸ ਤੋਂ ਬਾਅਦ ਅਸੀਂ ਬੀਜ ਦੀ ਪ੍ਰੋਡਕਸ਼ਨ ਖੁਦ ਕਰ ਸਕਦੇ? ਇਹਦੇ ਬਾਰੇ ਜਿਹੜਾ ਸਪਸ਼ਟ ਕਰਿਆ ਜੀ। ਹੈਲੋ। ਹਾਂਜੀ 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 ਹਾਂਜੀ, ਮੇਰੀ ਆਵਾਜ਼ ਆ ਰਹੀ ਸਾਰੇ ਦਰਸ਼ਕਾਂ ਨੂੰ ਜੀ? ਬਿਲਕੁਲ ਬਿਲਕੁਲ ਆ ਰਹੀ ਹੈ, ਆ ਰਹੀ ਹੈ। ਹਾਂਜੀ, ਬੇਨਤੀ ਹੈ ਵੀ ਜਿਹੜਾ ਵੀਰ ਹਰਪਿੰਦਰ ਜੀ ਨੇ ਗੱਲ ਕੀਤੀ ਹੈ, ਬਹੁਤ ਵਧੀਆ ਗੱਲ ਕੀਤੀ ਆ। ਇਹ ਜਿਹੜੀ ਮੈਂ ਹੁਣੇ ਸ਼ਬਦ ਵਰਤ ਕੇ ਹਟਿਆ ਵਾਂ ਵੀ ਜਿਹੜੀਆਂ ਬਾਜ਼ਾਰੂ ਸ਼ਕਤੀਆਂ ਨੇ ਉਹ ਬੀਜ ਦੇ ਉੱਪਰ ਆਪਣਾ ਕਬਜ਼ਾ ਜਮਾਉਣਾ ਚਾਹੁੰਦੀਆਂ ਨੇ। ਇਹ ਔਰ ਇਸ ਬੀਜ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੁੰਦਾ ਹਾਈਬ੍ਰਿਡ ਬੀਜ ਨੂੰ ਕਿ ਉਹਦਾ ਜਿਹੜਾ ਬੀਜ ਫਸਲ ਜਿਹੜੀ ਉਹਦਾ ਬੀਜ ਉੱਥੇ ਨਹੀਂ ਵਰਤਿਆ ਜਾ ਸਕਦਾ। ਜਿਹੜੀ ਆਪਾਂ ਬੀਜ ਬਾਜ਼ਾਰੋਂ ਲਿਆਉਂਦੇ ਆ, ਯਾਨੀ ਬੀਜ ਗੁਣ ਜਿਹੜਾ ਖਤਮ ਹੁੰਦਾ, ਮੰਨਫੀ ਹੁੰਦਾ ਬੀਜ ਗੁਣ ਦੇ ਵਿੱਚੋਂ। ਹਾਂਜੀ, ਉਹ ਵਿੱਚ ਪਾਇਆ ਗਿਆ ਗੁਣ। ਜਿਵੇਂ ਡਾਕਟਰ ਸਾਹਿਬ ਵੀ ਉਦੋਂ ਗੱਲ ਕਰ ਰਹੇ ਸੀਗੇ ਵੀ ਜਿਹੜੀਆਂ ਫਸਲਾਂ ਦਾ ਜਾਂ ਬੀਜਾਂ ਦੇ ਡਿਜ਼ਾਈਨ ਜਿੰਨੀ ਵੀ ਸਾਡੇ ਕੋਲ ਇਸ ਵਰਤਾਰੇ ਜਿਹੜੀਆਂ ਰਸਾਇਣਿਕ ਖਾਦਾਂ ਦੇ ਖੇਤੀ ਵਿੱਚ ਜਿਹੜੀਆਂ ਬੀਜ ਵਰਤੇ ਜਾ ਰਹੇ ਨੇ, ਉਹਨਾਂ ਡਿਜ਼ਾਈਨ ਏਦਾਂ ਕੀਤਾ ਜਾਂਦਾ ਆ ਵੀ ਉਹਨਾਂ ਨੂੰ ਖਾਦਾਂ ਦੀ ਵੀ ਲੋੜ ਪੈਣੀ ਆ ਤੇ ਉਹਨਾਂ ਨੂੰ ਪਾਣੀ ਦੀ ਵੀ ਲੋੜ ਪੈਣੀ ਆ ਵੱਧ। ਜੇ ਅਗੇ ਆਪਾਂ ਦੇਸੀ ਬੀਜਾਂ ਵਾਲੇ ਪਾਸੇ ਜਾਈਏ, ਉਹਨਾਂ ਦੇਸੀ ਬੀਜਾਂ 'ਚ ਅਸੀਂ ਖੇਤੀ ਕਰ ਰਹੇ ਹਾਂ। ਮੇਰੇ ਕੋਲ 8 ਕਿਸਮ ਦੇ ਕਣਕ ਦੇ ਦੇਸੀ ਬੀਜ ਨੇ ਤੇ ਔਰ ਮੈਂ ਉਹ ਦੇਖਿਆ ਵੀ ਆਮ ਦੂਜੀ ਕਣਕ ਨਾਲੋਂ ਇਹਨਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਆ। ਹੋਰ ਵੀ ਆਪਾਂ ਦਾਲਾਂ ਵਿੱਚ ਵੀ ਦੇਸੀ ਬੀਜ ਹੈਗੇ ਨੇ। ਸਾਰੇ ਆਪਾਂ ਇਹਨਾਂ ਚੀਜ਼ਾਂ ਦਾ ਤਜਰਬਾ ਕਰ ਚੁੱਕੇ ਹਾਂ ਤੇ ਆਪਾਂ ਚਲੋ ਬਹੁਤ ਲੰਮਾ ਬਾਹਰ ਨਾ ਜਾਈਏ, ਫਿਰ ਵਿਸ਼ੇ ਤੇ ਆ ਜਾਈਏ। ਜਿਹੜੀ ਆਪਣੀ ਗੱਲ ਹੋ ਰਹੀ ਆ ਜੀ ਇਹਦੇ ਫਸਲੀ ਚੱਕਰ ਦੇ ਮੈਨੇਜਮੈਂਟ ਦੀ, ਉਹਦੇ ਵਿੱਚ ਇੱਕ ਤੇ ਹੈਗਾ ਵੀ ਜਦੋਂ ਉਹ ਗੱਲ ਹਾਲੇ ਕਿਤੇ ਫਿਰ ਜਿਹੜੀ ਹੈ ਉਹ ਸਪਸ਼ਟ ਨਹੀਂ ਹੋਈ ਕਿ ਮਿਲਟਸ ਦੇ ਬੀਜ ਕੀ ਸਾਨੂੰ ਸਾਡੀ ਖੇਤੀ ਦੁਬਾਰਾ ਦੇਵੇਗੀ ਜਾਂ ਇਹ ਵੀ ਸਾਨੂੰ ਉਸੇ ਤਰ੍ਹਾਂ ਹਾਈਬ੍ਰਿਡ ਬੀਜਾਂ ਦੇ ਵਾਂਗੂ ਦੁਬਾਰਾ ਖਰੀਦਣੇ ਪੈਣਗੇ? ਬਿਲਕੁਲ, ਮੈਂ ਸੌਰੀ ਮੇਰੇ ਧਿਆਨ 'ਚ ਨਹੀਂ ਉਤਰਿਆ, ਮੇਰੇ ਧਿਆਨ 'ਚ ਉਤਰ ਗਿਆ ਸੀਗਾ। ਦੇਖੋ ਇਹ ਜਿਹੜਾ ਹਾਈਬ੍ਰਿਡ ਜਿਹੜੇ ਬੀਜ ਆ ਨਾ ਜੀ, ਹਾਈਬ੍ਰਿਡ ਬੀਜ ਵਿੱਚ ਐਸੀ ਸਮੱਸਿਆ ਹੈਗੀ ਆ, ਲੇਕਿਨ ਜਿਹੜੇ ਇਹ ਸਾਡੇ ਬੀਜ ਹੈਗੇ ਨੇ ਸਾਡੇ ਮੂਲ ਅਨਾਜ ਨੇ ਔਰ ਮੂਲ ਹੀ ਬੀਜ ਨੇ। ਇਹ ਹਾਈਬ੍ਰਿਡਾਈਜੇਸ਼ਨ ਨਹੀਂ ਹੋਈ ਅਜੇ ਤੱਕ ਅਜੇ, ਕਿਉਂਕਿ ਇਹ ਯੂਰਪ 'ਚ ਫਸਲ ਚੱਲਦੀ ਨਹੀਂ ਆ। ਯੂਰਪ ਵਿੱਚ ਜਿੱਥੇ ਇਹ ਬਾਜ਼ਾਰੂ ਸ਼ਕਤੀਆਂ ਦਾ ਜਿੱਥੇ ਮੂਲ ਸੋਮਾ ਵਾ, ਉੱਥੇ ਇਹਨਾਂ ਫਸਲਾਂ ਦਾ ਅਜੇ ਕੋਈ ਵੀ ਵਰਤਾਰਾ ਨਹੀਂ ਹੈਗਾ। ਇਹ ਸਾਡੇ ਹਿੰਦੁਸਤਾਨ ਦੀਆਂ ਜਾਂ ਏਸ਼ੀਆ ਦੇ ਕੁਝ ਦੇਸ਼ਾਂ ਦੀਆਂ ਜਿਹੜੀ ਫਸਲ ਹੈ, ਇਸ ਕਰਕੇ ਅਜੇ ਉਧਰਲੇ ਪਾਸੇ ਉਹਨਾਂ ਨੇ ਇਹਨਾਂ 'ਚ ਕੋਈ ਕੰਮ ਨਹੀਂ ਕੀਤਾ। ਅਜੇ ਇਹਦੀ ਹਾਈਬ੍ਰਿਡਾਈਜੇਸ਼ਨ ਨਹੀਂ ਹੋਈ ਹੈ ਇਹਨਾਂ ਬੀਜਾਂ ਦੀ। ਇਹ ਬੀਜ ਆਮ ਸਧਾਰਨ ਬੀਜ ਨੇ, ਮੂਲ ਬੀਜ ਨੇ ਸਾਡੇ। ਇਸ ਕਰਕੇ ਇਹਦੇ 'ਚ ਕੋਈ ਸਮੱਸਿਆ ਨਹੀਂ। ਆਪਾਂ ਉਹਨਾਂ ਬੀਜਾਂ ਨੂੰ ਹੀ ਆਪਣੇ ਖੇਤਾਂ 'ਚ ਬੀਜ ਸਕਦੇ ਹਾਂ। ਜਿਹੜੀ ਫਸਲ ਸਾਡੀ ਪੈਦਾ ਹੋਏਗੀ ਉਹਨਾਂ ਨੂੰ ਹੀ ਵਰਤ ਸਕਦੇ ਹਾਂ। ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਹੁਣ ਫਸਲੀ ਚੱਕਰ ਦੀ, ਉਹਦੇ ਵਿੱਚ ਤੇ ਆਪਣੀ ਗੱਲ ਹੋ ਗਈ ਵੀ ਆਪਾਂ ਫਸਲੀ ਚੱਕਰ ਮਿਲਟਸ ਤੋਂ ਬਾਅਦ ਦਾਲਾਂ ਵਾਲੀ ਫਸਲ ਜ਼ਰੂਰ ਅਲਸੀ ਲਿਆਉਣੀ ਆ। ਕਣਕ ਨਹੀਂ ਬੀਜਣੀ। ਕਣਕ ਦੀ ਜਿਹੜੀ ਹੈ ਨਾ ਬਹੁਤ ਫਸਲ ਮਾੜੀ ਹੁੰਦੀ ਆ। ਉਹ ਤੋਂ ਦੂਜਾ ਕੰਮ ਹੈ ਵੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਮੋਨੋਕਲਚਰ ਦੀ। ਮੋਨੋਕਲਚਰ ਦੀ ਗੱਲ ਕਰ ਰਹੇ ਸੀਗੇ। ਸਾਡੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਆ ਕਿ ਆਪਾਂ ਕਣਕ ਵੀ ਜਿਹੜੀ ਬੀਜਦੇ ਸੀਗੇ, ਉਹਦੇ ਵਿੱਚ ਵੀ ਵੱਖ-ਵੱਖ ਫਸਲਾਂ ਜਿਵੇਂ ਵੋਟਾਂ ਤੇ ਸਰੋਂ ਬੀਜੀ ਜਾਂਦੀ ਸੀਗੀ, ਚਨੇ ਵਿੱਚ ਪਾਏ ਜਾਂਦੇ ਸੀਗੇ। ਹਾਂਜੀ, ਇਹ ਸਭ ਚੀਜ਼ਾਂ ਜਿਹੜੀਆਂ ਵਾ ਉਹ ਕੀਤੀਆਂ ਜਾਂਦੀਆਂ ਸੀਗੀਆਂ। ਉਹ ਕੰਪੈਨੀਅਨ ਫਸਲਾਂ, ਇੱਕ ਸਹਿਯੋਗੀ ਫਸਲਾਂ ਇੱਕ ਦੂਜੇ ਦੀਆਂ, ਵੀ ਇੱਕ ਫਸਲ ਦੂਜੀ ਇਕੱਠੀਆਂ ਚੱਲ ਪੈਂਦੀਆਂ ਨੇ। ਤੇ ਉਹ ਜਿਹੜਾ ਕੰਮ ਹੈ ਸਾਨੂੰ ਇਹਨਾਂ ਫਸਲਾਂ ਵਿੱਚ ਵੀ ਕਰਨਾ ਪਏਗਾ। ਸਾਨੂੰ ਜਿੱਦਾਂ ਮਿਲਟਸ ਵਿੱਚ ਆ, ਇਹਦੇ 'ਚ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਉੱਥੇ ਅਸੀਂ ਦੇਖਿਆ ਕਿ ਉਹ ਫਸਲਾਂ ਏਦਾਂ ਕਰਦੇ ਨੇ। ਉਹ ਇੱਕ ਤਰ੍ਹਾਂ ਦਾ ਮਿਲਟਸ ਇੱਕ ਖੇਤ ਵਿੱਚ ਨਹੀਂ ਲਾਉਂਦੇ। ਉਹਦੇ ਵਿੱਚ ਹਰ ਜਾਂ ਸੋਇਆਬੀਨ, 2 ਲਾਈਨਾਂ ਮਿਲਟਸ ਦੀਆਂ, 1 ਲਾਈਨ ਹਰ ਦੀ ਜਾਂ ਸੋਇਆਬੀਨ ਦੀ। ਇਹ ਉਹ ਤਜਰਬੇ ਉੱਥੇ ਉਹ ਇਹ ਕੰਮ ਖੇਤੀ ਵਿੱਚ ਵਰਤ ਰਹੇ ਨੇ ਇਸ ਢੰਗ ਨੂੰ। ਤੇ ਸਾਨੂੰ ਵੀ ਉਸ ਤਰੀਕੇ ਵਾਲੇ ਪਾਸੇ ਨੂੰ ਆਉਣਾ ਪਊਗਾ। ਲੇਕਿਨ ਮੈਂ ਜਿਹੜੀ ਆਪਾਂ ਪਹਿਲੇ ਦਿਨ ਗੱਲ ਹੋਈ ਸੀ ਉਹਦੇ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਸੀ ਦਰਸ਼ਕਾਂ ਨੂੰ ਕਿ ਸਾਡੀ ਇਹ ਜਿਹੜਾ ਟਰਾਇਲ ਫੇਸ ਚੱਲ ਰਿਹਾ, ਅਜੇ ਸਾਡੇ ਕੋਲ ਕੋਈ ਵੀ ਐਸਾ ਫਿਕਸ ਇੱਕ ਫਾਰਮੂਲਾ ਜਾਂ ਪ੍ਰੋਗਰਾਮ ਨਹੀਂ ਹੈਗਾ ਜਿਹਦੇ ਤਹਿਤ ਅਸੀਂ ਇੱਕ ਜਾਂ ਪੂਰਾ ਅਸੀਂ ਖੇਤੀ ਨੂੰ ਬਣਾ ਲਈਏ। ਇਹਦੇ 'ਚ ਵੱਖ-ਵੱਖ ਤਰ੍ਹਾਂ ਦੇ ਤਜਰਬਿਆਂ ਦੀ ਬਹੁਤ ਸਾਰੀ ਗੁੰਜਾਇਸ਼ ਆ। ਤੇ ਇਹਦੇ 'ਚ ਅਸੀਂ ਅਜੇ ਅੱਗੇ ਚੱਲ ਕੇ ਤੁਹਾਨੂੰ ਜਿਹੜੇ ਸਾਡੇ ਕੋਲ ਤਜਰਬੇ ਹੋਣਗੇ
ਆਪਾਂ ਇਸੇ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਵੀਰਾਂ ਨਾਲ ਸਾਂਝੇ ਕਰਦੇ ਰਵਾਂਗੇ। ਤੇ ਇਹ ਜਿਹੜੇ ਮੂਲ ਅਨਾਜ ਨੇ ਖੁਰਾਕੀ ਤੱਤ ਅਗਰ ਵੱਧ ਲੈਂਦੇ ਨੇ ਤੇ ਇਹਨਾਂ ਵਿੱਚ ਖੁਰਾਕੀ ਤੱਤ ਇਹਨਾਂ ਅਨਾਜਾਂ ਵਿੱਚ ਵੀ ਖੁਰਾਕੀ ਤੱਤ ਜ਼ਿਆਦਾ ਨੇ। ਤੇ ਆਪਾਂ ਇਹਦੀ ਜਿਹੜੀ ਕ੍ਰੌਪ ਰੋਟੇਸ਼ਨ ਦੇ ਨਾਲ ਹਾਂਜੀ ਹਾਂਜੀ, ਤੇ ਇਸ ਤੋਂ ਇਲਾਵਾ ਹੋਰ ਇਹਨਾਂ ਮੂਲ ਅਨਾਜਾਂ ਦੇ ਵਿੱਚ ਜਿਹੜਾ ਬੀਜ ਦੀ ਜਿਹੜੀ ਹੈਗੀ ਆ ਸਹੀ ਰੇਸ਼ੋ ਜਾਂ ਉਹਦੀ ਸਪੇਸਿੰਗ ਵਗੈਰਾ ਇਹਨਾਂ ਤੇ ਵੀ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਆ। ਕਿਉਂਕਿ ਸਾਡੇ ਆਪ ਜੀ ਜਾਣਦੇ ਹੋ ਵੀ ਸਾਡੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਨੇ ਜਾਂ ਐਸੇ ਕਿਸੇ ਅਦਾਰੇ ਨੇ ਤੇ ਕੰਮ ਨਹੀਂ ਕੀਤਾ, ਜਦ ਕਿ ਯੂਨੀਵਰਸਿਟੀ ਨੇ ਅਗਰ ਕਿਸੇ ਬੀਜ ਨੂੰ ਲੈ ਕੇ ਆਉਣਾ ਹੋਵੇ ਤਾਂ ਉਹਨੂੰ ਘੱਟੋ ਘੱਟ 10 ਸਾਲ ਜਿਹੜਾ ਵਾ ਉਹਦੇ ਤੇ ਤਜਰਬੇ ਕਰਨੇ ਪੈਂਦੇ ਨੇ। ਤੇ ਸਾਡੇ ਕੋਲ ਐਸਾ ਕੋਈ ਜਿਹੜਾ ਵਾ ਨਾ ਸਾਧਨ ਨਹੀਂ ਹੈਗਾ, ਜਿਹਦੀ ਵਜ੍ਹਾ ਕਰਕੇ ਅਸੀਂ ਜਿਹੜਾ ਵਾ ਤੁਹਾਨੂੰ ਜੋ ਆਪਣੇ ਤਜਰਬੇ ਉਹੀ ਸਾਂਝੇ ਕਰ ਸਕਦੇ ਹਾਂ। ਜਿਹੜੇ ਮੂਲ ਅਨਾਜ ਸਾਡਾ ਬਹੁਤ ਉਹ ਬੜੇ ਵੱਡੇ ਹੁੰਦੇ ਨੇ, ਵੀ ਉਹਨਾਂ ਨੂੰ ਰੱਦ ਨਹੀਂ ਕਰ ਸਕਦੇ ਨਿੱਜੀ ਤਜਰਬਿਆਂ ਨੂੰ। ਹਾਂਜੀ ਹਾਂਜੀ, ਦੇਖੋ ਜਿਹੜਾ ਮੈਂ ਅਕਸਰ ਕਹਿਣਾ ਸਾਡੇ ਕੋਲ ਐਸੇ ਇੱਕ ਨਾ ਅਸੀਂ ਵੱਖ-ਵੱਖ ਖੇਤੀ ਵਿਰਾਸਤ ਮਿਸ਼ਨ ਦੇ ਰਾਹੀਂ ਅਸੀਂ ਦੇਸੀ ਬੀਜਾਂ ਦੀ ਮੈਂ ਕਾਫੀ ਵਰਕਸ਼ਾਪਾਂ ਅਟੈਂਡ ਕਰ ਚੁੱਕਾ ਹਾਂ, ਔਰ ਉਹਨਾਂ ਵਰਕਸ਼ਾਪਾਂ ਦੌਰਾਨ ਸਾਨੂੰ ਗਿਆਨ ਮਿਲਿਆ ਵੀ ਪੁਰਾਣੇ ਸਮਿਆਂ 'ਚ ਜਿਹੜੇ ਹਿੰਦੁਸਤਾਨ ਦੇ ਵਿੱਚ 1 ਲੱਖ ਤੋਂ ਉੱਪਰ ਚਾਵਲ ਦੀ ਵੈਰਾਈਟੀ ਸੀ ਚਾਵਲਾਂ ਦੀ, ਔਰ ਉਹਨਾਂ ਚਾਵਲ ਦੀ ਵੈਰਾਈਟੀਜ਼ ਨੂੰ ਅੱਜ ਦੀ ਜਿਹੜੀ ਸਾਇੰਸ ਆ ਨਾ, ਅੱਜ ਦੀ ਸਾਇੰਸ ਵੀ ਉਹਨਾਂ ਚਾਵਲਾਂ ਦੇ ਬਰਾਬਰ ਦੇ ਕੋਈ ਚਾਵਲ ਦਾ ਜਿਹੜੀ ਵੈਰਾਈਟੀ ਨਹੀਂ ਕੱਢ ਪਾਈ। ਜਿੱਦਾਂ ਤੁਹਾਡੇ ਚਾਵਲ ਹੈਗਾ ਜੀ, ਕੁਛ ਇੱਕ ਐਸੇ ਚਾਵਲ ਨੇ ਜਿਹੜੇ ਇੱਥੇ ਫਲੱਡ ਜਿੱਥੇ ਪਾਣੀ ਚੜ ਜਾਂਦਾ ਖੇਤਾਂ 'ਚ, ਉਹਨਾਂ ਖੇਤਾਂ ਵਿੱਚ ਇੱਕ ਸਪੈਸ਼ਲ ਬੀਜ ਆ, ਉਹ ਦੱਸਦੇ ਨੇ ਵੀ ਜਿੰਨਾ ਮਰਜ਼ੀ ਪਾਣੀ ਚੜ ਜੇ ਹੋਰ ਤਾਂ ਚੜ ਜੇ ਉਹਨਾਂ ਜਿਹੜਾ ਸਿੱਟਾ ਉਹਦਾ ਬਾਹਰ ਆ ਜਾਂਦਾ ਹੈ, ਮੁੰਜਰ ਬਾਹਰ ਆ ਜਾਂਦੀ ਹੈ। ਮਤਲਬ ਪਾਣੀ ਦੀ ਮਾਰ ਤੋਂ ਫਸਲ ਆਪਣੇ, ਤੇ ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਅਹਿਮ ਨੇ ਵੀ ਕਿਸਾਨ ਹੀ ਵਿਗਿਆਨੀ ਆ, ਕਿਉਂਕਿ ਜਿਹੜਾ ਪ੍ਰੈਕਟੀਕਲ ਕਰਨਾ ਹੁੰਦਾ ਆ। ਇਸ ਕਰਕੇ ਸਾਨੂੰ ਜਿਹੜਾ ਵਾ ਉਹ ਬਹੁਤ ਹੀ ਜਿਹੜੇ ਸਾਡੀ ਪੁਰਾਣੇ ਬਜ਼ੁਰਗਾਂ ਵਾਲੀ ਖੇਤੀ ਸੀ ਨਾ, ਉਹ ਅਸੀਂ ਖੇਤ ਵਿੱਚ ਸਾਰਾ ਦਿਨ ਰਹਿੰਦੇ ਸੀਗੇ, ਔਰ ਆਪਣੇ ਫਸਲ ਨੂੰ ਆਪਣੇ ਸਾਰੇ ਕੰਮ ਨੂੰ ਬੜੇ ਹੀ ਡੂੰਘੇ ਅਧਿਐਨ ਦੇ ਨਾਲ ਜੋੜ ਕੇ ਬੜੇ ਡੂੰਘੀ ਸੋਝੀ ਦੇ ਨਾਲ ਸਾਰੇ ਕੰਮ ਨੂੰ ਕਰਦੇ ਸੀਗੇ, ਔਰ ਜਿਹੜੀ ਕੋਈ ਪਿਛਲੀਆਂ ਕਮੀਆਂ ਰਹਿੰਦੀਆਂ ਅਗਲੀ ਫਸਲ ਤੇ ਫਿਰ ਉਹਨੂੰ ਆਪਾਂ ਦੂਰ ਕਰਨ ਦਾ ਯਤਨ ਕਰਦੇ ਸੀਗੇ। ਲੇਕਿਨ ਅੱਜ ਦੀ ਜਿਹੜੀ ਆਵਾਜ਼ ਕਿਤੇ ਕੱਟੀ ਜਾਂਦੀ ਹੈ, ਤੇ ਅਸੀਂ ਉਹਦੇ 'ਚ ਕੀ ਕਰਦੇ ਹਾਂ, ਕਣਕ ਬੀਜ ਲਈ ਆ ਇੱਕੋ ਦਿਨ ਸਾਰੇ ਤੁਹਾਨੂੰ 20-25 ਏਕੜ ਕਣਕ ਆ, 2-3 ਟਰੈਕਟਰ ਬਣਾਉਣੇ ਨੇ, ਇੱਕੋ ਦਿਨ ਕਣਕ ਬੀਜ ਦੇਣੀ ਆ। 20 ਦਿਨਾਂ ਬਾਅਦ 21 ਦਿਨਾਂ ਬਾਅਦ ਅਸੀਂ ਆਉਣਾ ਵੀ ਉਹਦੇ ਅਸੀਂ ਪਾਣੀ ਛੱਡ ਦੇਣਾ ਵਾ, ਇੱਕ ਸੈੱਟ ਜਿਹਾ ਬਣਾਇਆ ਹੋਇਆ ਵਾ ਪੂਰਾ ਉਹ ਇਸੇ ਤਰ੍ਹਾਂ। ਲੇਕਿਨ ਜਿਹੜੀ ਸਾਡੀ ਕੁਦਰਤੀ ਖੇਤੀ ਆ, ਇਹ ਤੇ ਫਸਲ ਦੀ ਲੋੜ ਮੁਤਾਬਕ ਪਾਣੀ ਦੇਣਾ, ਫਸਲ ਦੀ ਲੋੜ ਮੁਤਾਬਕ ਖੁਰਾਕ ਦੇਣੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਿੱਖਣੀਆਂ ਪੈਣਗੀਆਂ, ਕਰਨੀਆਂ ਪੈਣਗੀਆਂ। ਖੇਤਾਂ 'ਚ ਮਿੱਟੀ 'ਚ ਉਤਰਨਾ ਪਏਗਾ, ਹੱਥੀਂ ਕੰਮ ਕਰਨਾ ਪਏਗਾ। ਕੁਦਰਤੀ ਖੇਤੀ ਉਹੀ ਕਿਸਾਨ ਕਾਮਯਾਬ ਹੋ ਸਕਦਾ ਵਾ ਜਿਹੜਾ ਕਿਸਾਨ ਆਪਣੇ ਖੇਤ ਵਿੱਚ ਆਪਣੀ ਮਿੱਟੀ ਵਿੱਚ ਰਹਿੰਦਾ ਆ। ਬਿਲਕੁਲ, ਫਸਲ ਵੀ ਜਿਹੜੀ ਆ ਉਸੇ ਨੂੰ ਰਿਸਪਾਂਸ ਦਿੰਦੀ ਆ ਜੀ। ਤੇ ਆਪ ਜੀ ਦਾ ਹੋਰ ਵੀ ਕੋਈ ਕਿਸੇ ਕਿਸਮ ਦਾ, ਜਿੰਨੇ ਆਪਣੇ ਦਰਸ਼ਕ ਬੈਠੇ ਨੇ, ਕੋਈ ਉਹਨਾਂ ਦਾ ਸਵਾਲ ਹੋਵੇ ਤੇ ਮੈਂ ਯਤਨ ਕਰਾਂਗਾ ਕਿ ਉਹਨਾਂ ਦੇ ਸਵਾਲ ਦਾ ਜਵਾਬ ਦੇਣ ਦਾ ਜੀ। ਮਿਲਟਸ ਦੇ ਰਿਗਾਰਡਿੰਗ ਇੱਕ ਤੁਹਾਡੇ ਨਾਲ ਹੋਰ ਗੱਲ ਕਰਨੀ ਹੈ ਕਿ ਤੁਸੀਂ ਗੱਲ ਕੀਤੀ ਸੀ ਜੀ ਇਹ ਉਹ ਫਸਲ ਹੈ ਮਿਲਟਸ ਜਿਹੜੇ ਨੇ ਜਿਹੜੇ ਪ੍ਰੋਸੈਸਿੰਗ ਕਰਕੇ ਇਹਨਾਂ ਨੂੰ ਖਾਧਾ ਜਾਂਦਾ। ਜੀ ਜੀ ਜੀ। ਹੁਣ ਬੀਤੇ ਦਿਨਾਂ ਦੇ ਵਿੱਚ ਸਰਦਾਰ ਅਵਤਾਰ ਸਿੰਘ ਫਗਵਾੜੇ ਵਾਲੇ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਸੀ ਕਿ ਇੱਕ ਕੋਆਪਰੇਟਿਵ ਸਿਸਟਮ ਬਣੇ। ਜੀ ਜੀ ਜੀ। ਉਸ ਦਿਨ ਉਸ ਗੱਲ ਦਾ ਰੈਪੀਟੀਸ਼ਨ ਨਹੀਂ ਹੋ ਸਕੀ, ਪਰ ਉਹ ਬੜੀ ਵਧੀਆ ਇੱਕ ਗੱਲ ਕੀਤੀ ਸੀ ਕਿ ਕੋਆਪਰੇਟਿਵ ਸਿਸਟਮ ਬਣੇ। ਜਿਸ ਤਰ੍ਹਾਂ ਅੱਜ ਦੇ ਹਾਲਾਤ ਪੰਜਾਬ 'ਚ ਚੱਲ ਰਹੇ ਨੇ, ਲੋਕਡਾਊਨ ਹੈ, ਸਬਜ਼ੀ ਜਿਹੜੀ ਹੈ ਕਿਸਾਨ ਦੀ ਸਬਜ਼ੀ ਉਹ ਮੰਡੀ 'ਚ ਜਾਂਦੀ ਹੈ ਤੇ ਮੰਡੀ 'ਚੋਂ ਕਿਸਾਨ ਕੋਲੇ ਵਾਪਸ ਆਉਂਦੀ ਹੈ। ਜਿਹੜੀ ਕਿਸਾਨ 2 ਰੁਪਏ 2.5 ਰੁਪਏ 3 ਰੁਪਏ ਕਿਲੋ ਦੇ ਹਿਸਾਬ ਨਾਲ ਉੱਥੇ ਵੇਚ ਕੇ ਆਉਂਦਾ ਤੇ ਉਹੀ ਸਬਜ਼ੀ ਜਿਹੜੀ ਹੈ ਕਿਸਾਨ ਕੋਲ ਵਾਪਸ 30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਯਾਨੀ ਕਿਤੇ ਨਾ ਕਿਤੇ ਵਪਾਰੀ ਬੜੇ ਵੱਡੇ ਪੱਧਰ ਤੇ ਜੋ ਜਿਹੜਾ ਮੁਨਾਫਾ ਕਮਾ ਰਿਹਾ, ਪ੍ਰੋਡਕਸ਼ਨ ਅਸੀਂ ਕਰ ਰਹੇ ਹਾਂ। ਕੱਲ ਵੀ ਆਪਾਂ ਇੱਕ ਨਿਊਜ਼ ਦੇਖੀ ਕਿ ਇੱਕ ਮੈਂ ਪਿੰਡ ਭੁੱਲ ਗਿਆ, ਉੱਥੇ ਸ਼ਿਮਲਾ ਮਿਰਚ ਕਿਸਾਨ ਨੇ ਬੀਜੀ ਹੋਈ ਸੀ
ਜਿਹਦੀ ਉਹਨਾਂ ਨੇ ਇਹ ਦੱਸਿਆ ਕਿ ਪਟਾਈ ਦੀ ਲੇਬਰ ਜਿਹੜੀ ਆ 1.5 ਰੁਪਈਆ ਕਿਲੋ ਦੇ ਹਿਸਾਬ ਨਾਲ ਉਹਨਾਂ ਨੂੰ ਪਈ ਹੈ, ਤੇ ਬਾਜ਼ਾਰ ਉਹਨਾਂ ਤੋਂ 2 ਕੇ 2.5 ਰੁਪਏ ਕਿਲੋ ਖਰੀਦਣ ਨੂੰ ਤਿਆਰ ਸੀ, ਤੇ ਉਹਨਾਂ ਨੇ ਉਹ ਸੜਕ ਤੇ ਰੋੜੀ। ਯਾਨੀ ਕਿਤੇ ਨਾ ਕਿਤੇ ਜੇ ਉਸ ਗੱਲ ਨੂੰ ਕਿਸਾਨ ਇਸ ਪਾਸੇ ਨੂੰ ਆਵੇ ਕਿ ਅਸੀਂ ਉਹਦਾ ਜਿਹੜਾ ਪ੍ਰੋਸੈਸਿੰਗ ਹੈ ਜਾਂ ਉਹਦੀ ਮਾਰਕੀਟਿੰਗ ਹੈ ਉਹ ਇੱਕ ਕੋਆਪਰੇਟਿਵ ਸਿਸਟਮ ਦੇ ਨਾਲ ਕਰ ਲਈਏ। ਜਿਸ ਤਰ੍ਹਾਂ ਉੱਪਰ ਉਹਨਾਂ ਨੇ ਗੱਲ ਕੀਤੀ ਸੀ ਕਿ ਜੇ ਪਿੰਡ ਦੇ ਵਿੱਚ ਸਬਜ਼ੀ ਲੈ ਕੇ ਆਉਣੀ ਹੈ, ਪਿੰਡ ਦੇ ਵਿੱਚ ਰਾਸ਼ਨ ਲੈ ਕੇ ਆਉਣਾ ਹੈ, ਤੇ ਸਾਰੇ ਪਿੰਡ ਦੀ ਇੱਕ ਕਮੇਟੀ ਬਣੇ, ਉਹ ਕਮੇਟੀ ਦੇ ਵਿੱਚੋਂ ਇੱਕ ਸਾਂਝੇ ਰੂਪ 'ਚ ਇੱਕ ਸੂਚੀ ਇਕੱਠੀ ਹੋ ਜਾਵੇ ਕਿਸ ਕਿਸ ਵੀਰ ਨੂੰ, ਕਿਸ ਕਿਸ ਪਰਿਵਾਰ ਨੂੰ ਕਿਸ ਕਿਸ ਚੀਜ਼ ਦੀ ਲੋੜ ਹੈ, ਤੇ ਉਹ 2 ਜਾਂ 4 ਜਾਣੇ ਜਾ ਕੇ ਸ਼ਹਿਰ ਦੇ ਵਿੱਚੋਂ ਲੈ ਆਉਣ। ਬੜਾ ਵਧੀਆ ਤਰੀਕਾ ਸੀ। ਤੇ ਇਸੇ ਤਰ੍ਹਾਂ ਯਾਨੀ ਇਹ ਪ੍ਰੋਸੈਸਿੰਗ ਵੀ ਜਦੋਂ ਮੈਂ ਉਹ ਗੱਲ ਕਰਦਾ, ਮੇਰਾ ਮਕਸਦ ਇਹ ਸੀ ਕਿ ਉਹਨੂੰ ਕੋਆਪਰੇਟਿਵ ਤਰੀਕੇ ਦੇ ਨਾਲ ਪ੍ਰੋਸੈਸਿੰਗ ਨਹੀਂ ਹੋ ਸਕਦੀ। ਜਿਸ ਤਰ੍ਹਾਂ ਜੇ ਹੁਣ ਅੱਜ ਅਸੀਂ ਇਹ ਗੱਲ ਕਰੀਏ ਕਿ ਹਰ ਘਰ ਦੇ ਵਿੱਚ, ਜੇ ਪੇਂਡੂ ਭਾਸ਼ਾ 'ਚ ਗੱਲ ਕਰਾਂ ਤਾਂ ਸੰਦ ਸੰਦੇੜੇ ਹਰ ਘਰ ਦੇ ਵਿੱਚ ਇੱਕ ਲੋੜ ਬਣ ਗਈ। ਹਰ ਸ਼ਖਸੀਅਤ ਨੂੰ, ਹਰ ਕਿਸਾਨ ਨੂੰ ਇਹ ਲੱਗਦਾ ਹੈ ਕਿ ਮੇਰੇ ਘਰੇ ਟਰੈਕਟਰ ਵੀ ਹੋਵੇ, ਮੇਰੇ ਘਰੇ ਤਵੀਆਂ ਵੀ ਹੋਣ, ਮੇਰੇ ਘਰੇ ਕਲਟੀਵੇਟਰ ਵੀ ਹੋਵੇ, ਰੋਟਾਵੇਟਰ ਵੀ ਮੇਰੇ ਘਰ ਹੋਵੇ, ਤੂੜੀ ਵਾਲੀ ਮਸ਼ੀਨ ਵੀ ਮੇਰੇ ਘਰੇ ਹੋਵੇ। ਜਿਹੜੇ ਸਾਰੇ ਸੰਦ ਉਹ ਬਣਾਉਣ ਵਾਸਤੇ ਇੱਛੁਕ ਹੈ, ਤੇ ਜਦੋਂ ਕਿ ਉਹਨਾਂ ਦੀ ਜਿਹੜੀ ਲੋੜ ਹੈ ਉਹ ਇੰਨੀ ਜ਼ਿਆਦਾ ਨਹੀਂ ਪੈਂਦੀ। ਜੇ ਇਸ ਨੂੰ ਹੋਰ ਵਿਸਥਾਰ ਕਰਨਾ ਹੋਵੇ ਤੇ ਮੈਂ ਜਿਹੜਾ ਤੁਹਾਡੇ ਧਿਆਨ 'ਚ ਲਿਆਵਾਂ ਕਿ ਖੇਤੀ ਮਾਹਰਾਂ ਦੇ ਮੁਤਾਬਕ ਜਿਹੜੀ ਟਰੈਕਟਰ ਦੀ ਲੋੜ ਹੈ ਉਹ 2 ਏਕੜ ਵਾਲੇ ਕਿਸਾਨ ਨੂੰ, ਜਿਸ ਕੋਲੇ 2 ਏਕੜ ਜ਼ਮੀਨ ਹੈ, 2 ਏਕੜ ਵਾਲੇ ਕਿਸਾਨ ਨੂੰ 1 ਹਾਰਸ ਪਾਵਰ ਦਾ ਟਰੈਕਟਰ ਦੀ ਲੋੜ ਹੈ। ਯਾਨੀ ਜਿਸ ਕਿਸਾਨ ਕੋਲੇ ਘੱਟੋ ਘੱਟ 50 ਏਕੜ ਜ਼ਮੀਨ ਹੈ ਉਹਨੂੰ 25 ਹਾਰਸ ਪਾਵਰ ਵਾਲਾ ਟਰੈਕਟਰ ਹੈ ਜਿਹੜਾ ਉਹ ਸੂਟ ਕਰਦਾ ਹੈ। ਪਰ ਟਰੈਕਟਰ ਅੱਜ ਸਾਡੇ ਗਿਣਤੀ ਲੋੜ ਤੋਂ ਕਈ ਗੁਣਾ ਜ਼ਿਆਦਾ ਪੰਜਾਬ 'ਚ ਟਰੈਕਟਰ ਨੇ। ਸੋ ਆਪਾਂ ਪ੍ਰੋਸੈਸਿੰਗ ਵਾਲੇ ਪਾਸੇ ਆਉਣੇ ਆ ਕਿ ਪ੍ਰੋਸੈਸਿੰਗ ਦੀਆਂ ਮਸ਼ੀਨਾਂ ਜੇ ਆਪਾਂ ਇਹ ਸੋਚੀਏ ਕਿ ਹਰ ਇੱਕ ਨੂੰ ਅਵੇਲੇਬਲ ਕਰਨੀਆਂ, ਉਹ ਮਹਿੰਗੀਆਂ ਪੈਣਗੀਆਂ। ਕਿ ਕੋਈ ਅਜਿਹਾ ਤਰੀਕਾ, ਜਿਸ ਤਰ੍ਹਾਂ ਕਣਕ ਤੋਂ ਅਸੀਂ ਆਟਾ ਤਿਆਰ ਕਰਦੇ, ਉਹ ਵੀ ਤਾਂ ਇੱਕ ਪ੍ਰੋਸੈਸਿੰਗ ਦਾ ਤਰੀਕਾ ਹੀ ਹੈ, ਪ੍ਰੋਸੈਸਿੰਗ ਦਾ ਮਾਧਿਅਮ ਹੀ ਹੈ। ਕਿ ਅਸੀਂ ਪੰਜਾਬ ਦੇ ਵਿੱਚ ਕੋਈ ਅਜਿਹਾ ਰਸਤਾ ਨਹੀਂ ਅਪਣਾ ਸਕਦੇ ਕਿ 1 2 ਜਾਂ ਲੋੜ ਮੁਤਾਬਕ 5 7 10 ਮਸ਼ੀਨਾਂ ਹੋਣ ਜਿੱਥੋਂ ਅਸੀਂ ਸਾਰੀ ਦੀ ਸਾਰੀ ਪ੍ਰੋਸੈਸਿੰਗ ਕਰਵਾ ਸਕਦੇ ਹੋਈਏ। ਬਿਲਕੁਲ ਜੀ ਵੀਰ ਜੀ, ਆਪ ਜੀ ਨੇ ਬਹੁਤ ਵਧੀਆ ਸਵਾਲ ਕੀਤਾ ਜਾਂ ਇਹ ਮੁੱਦਾ ਉਠਾਇਆ ਵਾ। ਇਹ ਮੁੱਦਾ ਇੰਨਾ ਇੰਪੋਰਟੈਂਟ ਹੈ ਕਿ ਅਗਰ ਅਸੀਂ ਬਚਦੇ ਹੀ ਤਾਂ ਆ, ਪੰਜਾਬ ਤਾਂ ਹੀ ਬਚਦਾ ਜੇ ਸਿਸਟਮ ਦੇ ਅਧੀਨ ਆਵੇ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਕਰਨਾਟਕਾ 'ਚ ਅਸੀਂ ਇੱਕ ਉੱਥੇ ਗਏ ਹੋਏ ਸੀਗੇ ਟੂਰ ਆਪਣੇ ਤੇ, ਮਿਲਟਸ ਦੇ ਟੂਰ ਤੇ ਸਾਡੇ ਉੱਥੇ ਰਸਤੇ ਵਿੱਚ ਇੱਕ ਮਾਂਡਿਆ ਡਿਸਟ੍ਰਿਕਟ, ਕਰਨਾਟਕਾ 'ਚ ਡਿਸਟ੍ਰਿਕਟ ਹੈਗਾ ਮਾਂਡਿਆ ਡਿਸਟ੍ਰਿਕਟ, ਉਹਨਾਂ ਦੀ ਕੋਆਪਰੇਟਿਵ ਸੀਗੀ ਮਾਂਡਿਆ ਡਿਸਟ੍ਰਿਕਟ ਕੋਆਪਰੇਟਿਵ ਸੁਸਾਇਟੀ। ਉਸ ਸੁਸਾਇਟੀ ਦਾ ਇੱਕ, ਜਿੱਦਾਂ ਸਾਡੇ ਇੱਕ ਆਧੁਨਿਕ ਮਾਲਸ ਹੁੰਦੇ ਆ ਨਾ, ਜਿੱਦਾਂ ਤੁਹਾਡੇ ਵਿਸ਼ਾਲ, ਦੂਜੇ ਤੀਜੇ ਆ ਹੁੰਦੇ ਨੇ ਮੈਗਾ ਮਾਰਟ, ਉਹ ਇਦਾਂ ਦਾ ਸੀਗਾ ਜੀ। ਰੋਡ ਦੇ ਕਿਨਾਰੇ ਤੇ ਅਸੀਂ ਦੇਖ ਕੇ ਉੱਥੇ ਰੁਕ ਗਏ ਜੀ। ਉੱਥੇ ਲਿਖਿਆ ਸੀਗਾ ਕੋਆਪਰੇਟਿਵ, ਜਿਹੜਾ ਸ਼ਬਦ ਦੇਖ ਕੇ ਤੇ ਅਸੀਂ ਰੁਕ ਗਏ ਵੀ ਜ਼ਰੂਰ ਲੋਕਾਂ ਦਾ ਸਾਂਝਾ ਉਦਮ ਆ। ਅਸੀਂ ਉੱਥੇ ਰੁਕ ਕੇ ਤੇ ਸਾਰੀ ਉਹਨਾਂ ਕੋਲ ਪੁੱਛੀ ਗੱਲਬਾਤ ਜੀ। ਉਹਨਾਂ ਦੱਸਿਆ ਵੀ ਸਾਡਾ 5000 ਕਿਸਾਨ ਸਾਰੇ ਜ਼ਿਲ੍ਹੇ ਦਾ ਮੈਂਬਰ ਆ, ਸਾਡੇ ਜ਼ਿਲ੍ਹੇ ਦਾ 5000 ਕਿਸਾਨ ਸਾਡੀ ਸੁਸਾਇਟੀ ਦਾ ਮੈਂਬਰ ਆ, ਔਰ ਅਸੀਂ ਆਪਣੇ ਖੇਤਾਂ ਦੀ ਉਪਜ ਕੋਈ ਵੀ ਸਿੱਧੀ ਮੰਡੀ 'ਚ ਨਹੀਂ ਵੇਚਦੇ। ਅਸੀਂ ਸਾਰੀਆਂ ਫਸਲਾਂ ਜਾਂ ਸਬਜ਼ੀਆਂ, ਹਰ ਚੀਜ਼ ਦੀ ਜਿਹੜੀ ਪ੍ਰੋਸੈਸਿੰਗ ਕਰਨ ਤੋਂ ਬਾਅਦ ਹੀ ਵੇਚਦੇ ਆ। ਔਰ ਉਸ ਮਾਲ ਦੇ ਅੰਦਰ ਅਸੀਂ ਦੇਖਿਆ ਏਸੀ ਸੀਗਾ ਜੀ ਸਾਰਾ ਹਾਲ, ਔਰ ਉਹਦੇ ਅੰਦਰ ਹਰ ਤਰ੍ਹਾਂ ਦੀ ਘਰ 'ਚ ਵਰਤਣ ਵਾਲੀ ਚੀਜ਼ ਪਈ ਆ, ਮਸਾਲੇ ਪੀਸੇ ਪਏ ਨੇ। ਉਸ ਤੋਂ ਇਲਾਵਾ ਉਹਨਾਂ ਹੋਰ ਅੱਗੇ ਨਵੀਂ ਸੋਚ ਕੀ ਲਿਆਂਦੀ, ਉੱਥੇ ਹੱਥ ਵਾਲੀ ਚੱਕੀ ਵੀ ਪਈ ਸੀਗੀ। ਅਗਰ ਤੁਸੀਂ ਮਸ਼ੀਨੀ ਚੱਕੀ ਦਾ ਆਟਾ ਨਹੀਂ ਖਰੀਦਣਾ ਤੇ ਹੱਥ ਵਾਲੀ ਪੀਸੇ, ਹੱਥ ਦੇ ਨਾਲ ਪੀਸੇ ਚੱਕੀ ਦਾ ਆਟਾ ਜਿਹੜਾ ਉਹ ਤੁਹਾਨੂੰ ਅਵੇਲੇਬਲ ਹੋਏਗਾ। ਮਤਲਬ ਉਹਨਾਂ ਦੀ ਜਿਹੜੀ ਉਹ ਦੇਖ ਕੇ ਮਤਲਬ ਬੜੀ ਹੈਰਾਨਗੀ ਹੋਈ ਕਿ ਮਤਲਬ ਦੇਖੋ ਕਿੰਨਾ ਵਧੀਆ ਸਿਸਟਮ ਹੈ ਜਿਹੜਾ ਸਾਡੀ। ਇਹ ਸੀਗਾ ਜੀ, ਮੇਰਾ ਸਵਾਲ ਇਹ ਸੀਗਾ ਕਿ ਜਿਹੜੀ ਅਸੀਂ ਮਿਲਟਸ ਦੀ ਪ੍ਰੋਸੈਸਿੰਗ ਦੀ ਗੱਲ ਕਰਦੇ ਆ, ਅੱਜ ਜਿਹੜਾ ਹੈ ਉਹਦਾ ਆਪਾਂ ਦੇਖੀਏ ਕਿ ਉਹਦਾ ਇਸ ਤਰ੍ਹਾਂ ਦਾ ਹੱਲ ਹੋ ਸਕਦਾ। ਬਿਲਕੁਲ ਜੀ ਵੀਰ ਜੀ, ਚਲੋ ਆਪਾਂ ਤੇ ਦੇਖੋ ਇਸ ਯਤਨ 'ਚ ਲੱਗੇ ਹੋਏ ਆ ਕਿ ਜ਼ਿਲ੍ਹੇ ਵਾਈਜ਼ ਜਿੰਨੇ ਕਿਸਾਨਾਂ ਦੇ ਫੋਨ ਨੰਬਰ ਆਏ ਹੋਏ ਨੇ, ਆਪਾਂ ਇਸ ਯਤਨ 'ਚ ਆ ਵੀ ਉਹਨਾਂ ਨੂੰ ਇਕੱਠਿਆਂ ਕੀਤਾ ਜਾਵੇ ਔਰ ਕਿਸਾਨਾਂ ਦੇ ਨਾਲ ਚਰਚਾ ਕੀਤੀ ਜਾਵੇ। ਜਿਹੜਾ ਸਾਡਾ ਅਸੀਂ ਕਿਸਾਨਾਂ ਹਰ ਜ਼ਿਲ੍ਹੇ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਬੀਜ ਦਿਆਂਗੇ, ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿਆਂਗੇ ਔਰ ਕਿਸਾਨਾਂ ਨੂੰ ਪ੍ਰੇਰਾਂਗੇ। ਤੁਸੀਂ ਮਿਲ ਕੇ ਸਾਰੇ ਜ਼ਿਲ੍ਹੇ 'ਚ ਇੱਕ ਯੂਨਿਟ ਲਾ ਲਓ ਔਰ ਤੁਸੀਂ ਉਸ ਯੂਨਿਟ ਤੋਂ ਸਾਰੇ ਆਪਣੇ ਮਿਲਟਸ ਜਿਹੜੇ ਪ੍ਰੋਸੈਸ ਕਰਕੇ ਤੁਸੀਂ ਜਿਹੜਾ ਵਾ ਨਾ ਉਹ ਵਰਤ ਸਕਦੇ ਹੋ। ਔਰ ਦੂਜੀ ਗੱਲ,
ਅਗਰ ਮੈਂ ਮਿਲਟਸ ਦੀ ਇੱਕ ਗੱਲ ਵਿੱਚ ਹੋਰ ਗੱਲ ਜੋੜ ਦਿੰਦਾ ਆ, ਅਗਰ ਕਿਸਾਨ ਸਾਡਾ ਜਿਹੜਾ ਵਾ ਜਿੱਦਾਂ ਆਪਾਂ ਕਣਕ ਤੇ ਝੋਨੇ ਦੀ ਵਿਕਰੀ ਕਰਦੇ ਆ, ਅਗਰ ਅਸੀਂ ਮਿਲਟਸ ਦੀ ਵਿਕਰੀ ਵੀ ਇਸੇ ਤਰ੍ਹਾਂ ਕਰਨੀ ਸ਼ੁਰੂ ਕਰ ਦਿੱਤੀ, ਇਹ ਸਾਨੂੰ ਜਿਹੜਾ ਵਾ ਇਸ ਮਿਲਟਸ ਨੇ ਸਾਨੂੰ ਕੁਝ ਨਹੀਂ ਦੇਣਾ। ਇਹਦੇ 'ਚ ਬਹੁਤ ਵੱਡਾ ਜਿਹੜਾ ਵਾ ਨਾ ਆਰਥਿਕ ਪੱਖ ਸਾਡਾ ਜਿਹੜਾ ਹੈਗਾ ਆ। ਅਗਰ ਅਸੀਂ ਇਹਨੂੰ ਆਪਣੇ ਲੈਵਲ ਤੇ ਪ੍ਰੋਸੈਸਿੰਗ ਕਰੀਏ ਕਿਸਾਨ ਮਿਲ ਕੇ, ਫੇਰ ਹੀ ਬਚਦੇ ਆ, ਕਿਉਂਕਿ ਉਹਦਾ ਵੱਸ ਦਾ ਕੰਮ ਨਹੀਂ ਗਾ। ਜਿੰਨੀਆਂ ਮਸ਼ੀਨਾਂ ਦੀ ਕਾਸਟ ਦੀ ਬਹੁਤ ਵੱਡੀ ਗੱਲ ਨਹੀਂ ਹੈਗੀ, 3 ਲੱਖ ਕੋਈ ਵੀ ਖਰਚ ਲੂਗਾ, 3.5 4 ਲੱਖ ਕੋਈ ਵੀ ਖਰਚ ਲਏਗਾ। 2 ਸਾਲ ਕੰਮ ਦੇਣਾ ਉਹ ਬੜਾ ਇੰਪੋਰਟੈਂਟ ਹੈ। ਉਹਦੀ ਵਾਇਬਿਲਿਟੀ ਨਹੀਂ ਨਾ ਰਹਿੰਦੀ ਪ੍ਰੋਜੈਕਟ ਦੀ। ਇਸ ਕਰਕੇ ਸਾਨੂੰ ਇਹਦਾ ਹੱਲ ਹੀ ਇੱਕੋ ਹੀ ਆ ਜੀ। ਅਗਰ ਇਹ ਖੇਤੀ ਵਾਲੇ ਪਾਸੇ ਆਉਣਾ ਵਾ, ਮੈਂ ਫੇਰ ਕਿਸਾਨਾਂ ਨੂੰ ਬੇਨਤੀ ਕਰਦਾ ਵਾਂ ਵੀ ਸਾਨੂੰ ਆਪਣੀ ਸੋਚ ਨੂੰ ਤਬਦੀਲ ਕਰਨਾ ਪਏਗਾ। ਸਾਨੂੰ ਗੁਰੂ ਨਾਨਕ ਸਾਹਿਬ ਦਸਾਂ ਸ਼ਤਕ ਦੇ ਸਾਡੇ ਜਿਹੜੇ ਸਿਧਾਂਤ ਨੇ, ਆਪਾਂ ਰੋਜ਼ ਅਰਦਾਸ ਬੇਨਤੀ ਕਰਦੇ ਹਾਂ ਜੀ, ਸਿੱਖਾਂ ਨੂੰ ਸਿੱਖੀ ਦਾਨ, ਹਾਂਜੀ ਭਰੋਸਾ ਦਾਨ। ਇਹਦਾ ਭਰੋਸਾ ਫੇਰ ਹੀ ਬਚਾਂਗੇ ਅਸੀਂ। ਅਗਰ ਬਚਣਾ ਆ ਤੇ ਸਿੱਖ ਕੇ ਹੀ ਬਚ ਸਕਦੇ, ਨਹੀਂ ਤੇ ਜਿਹੜੀ ਸੋਚ ਸਾਡਾ ਸਮਾਜ ਲੈ ਕੇ ਬੈਠਾ ਉਹਦੇ ਉਜਾੜਾ ਹੀ ਉਜਾੜਾ ਆ। ਅਰਦਾਸ ਦੀ ਗੱਲ ਕਰਦੇ ਹਾਂ, ਅਰਦਾਸ ਦੇ ਵਿੱਚ ਅਸੀਂ ਰੋਜ਼ਾਨਾ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ, ਉਸ ਤੋਂ ਅੱਗੇ ਵੀ ਬੋਲਦੇ ਆ ਕਿ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਪਰ ਅੱਜ ਹਾਲਾਤ ਉਲਟ ਬਣੇ ਹੋਏ ਨੇ, ਮੱਤ ਸਾਡੀ ਨੀਵੀਂ ਹੋਈ ਪਈ ਹੈ, ਮਨ ਉੱਚਾ ਹੋਇਆ ਪਿਆ। ਹੰਕਾਰ ਜਿਹੜਾ ਉਹ ਸਾਡੇ 'ਚ ਵੀ ਕਾਫੀ ਭਰਿਆ ਹੋਇਆ। ਸੋ ਇਹ ਸੀ ਅੱਜ ਆਪਾਂ ਮਿਲਟਸ ਦੀ ਕੁਝ ਡਾਊਟਸ ਜਿਹੜੇ ਅਸੀਂ ਕਲੀਅਰ ਕੀਤੇ ਨੇ। ਪ੍ਰੋਸੈਸਿੰਗ ਵਾਲੇ ਮਸਲੇ 'ਚ ਇੱਕ ਗੱਲ ਇਹਨਾਂ ਨੇ ਸਪਸ਼ਟ ਕੀਤੀ ਹੈ, ਇਹ ਸੱਚਾਈ ਹੈ ਕਿ ਕੋਈ ਵੀ ਫੂਡ ਜੇ ਤੁਸੀਂ ਮਾਰਕੀਟ 'ਚ ਵੇਚਣਾ, ਕੋਈ ਫਸਲ ਤੁਸੀਂ ਮਾਰਕੀਟ 'ਚ ਲੈ ਕੇ ਜਾਣੀ ਹੈ, ਜੇ ਤੁਸੀਂ ਉਹਨੂੰ ਉਸੇ ਤਰ੍ਹਾਂ ਮੂਲ ਸ਼ਕਲ ਦੇ ਵਿੱਚ ਪੈਦਾ ਕਰਕੇ ਜੇ ਲੈ ਕੇ ਜਾਂਦੇ ਤੇ ਉਹਦਾ ਸਾਨੂੰ ਉਹ ਭਾਅ ਨਹੀਂ ਮਿਲਦਾ। ਚੰਗਾ ਹੋਵੇ ਜੇ ਅਸੀਂ ਉਹਦੀ ਪ੍ਰੋਸੈਸਿੰਗ ਕਰਕੇ ਉਹਨੂੰ ਵੇਚੀਏ। ਮੈਂ ਤੁਹਾਡੇ ਧਿਆਨ 'ਚ ਇੱਕ ਬੜੇ ਸੰਖੇਪ ਸ਼ਬਦਾਂ 'ਚ ਲਿਆਉਣਾ ਕਿ ਪਿੰਡ ਦੇ ਵਿੱਚੋਂ 25 ਰੁਪਏ ਦੁੱਧ ਖਰੀਦ ਕੇ ਸ਼ਹਿਰ ਦਾ ਵਪਾਰੀ 35 ਰੁਪਏ ਲੱਸੀ ਵੇਚ ਰਿਹਾ। ਉਹਦੇ ਵਿੱਚੋਂ ਜਿਹੜਾ ਘਿਓ ਵੇਚਣਾ ਉਹ ਵੱਖਰਾ, ਤੇ 1 ਲੀਟਰ ਦੁੱਧ ਚੋਂ ਜੇ ਬਹੁਤੀ ਨਹੀਂ ਤੇ 2.5 ਤੋਂ 3 ਲੀਟਰ ਲੱਸੀ ਤਾਂ ਬੜੇ ਆਰਾਮ ਨਾਲ ਬਣਾ ਰਿਹਾ। ਯਾਨੀ ਉਹਨੇ 35 ਰੁਪਏ ਦੁੱਧ ਖਰੀਦਿਆ ਤੇ ਉਹਦੇ ਚੋਂ 75 ਰੁਪਏ ਕਹਿੰਦੇ ਲੱਸੀ ਬਣਾ ਕੇ ਉਹਨੇ ਜਿਹੜੇ ਹੈ ਵੱਟੇ ਹੈ, ਤੇ ਉਸ ਜਿਹੜਾ ਉਹਦੇ ਵਿੱਚੋਂ ਘਿਓ ਕੱਢਣਾ ਉਹ ਵੱਖਰਾ। ਵੀ ਜਾਨੀ ਦੁੱਗਣਾ ਚੌਗੁਣਾ ਮੁਨਾਫਾ ਜਿਹੜਾ ਉਹ ਪ੍ਰੋਸੈਸਿੰਗ ਦੇ ਵਿੱਚ ਕਮਾ ਰਿਹਾ। ਜੇ ਅਸੀਂ ਛੋਲੇ ਵੇਚਣੇ ਆ ਤੇ ਬਿਹਤਰ ਹੈ ਕਿ ਛੋਲਿਆਂ ਦਾ ਵੇਚਣ ਦੀਆਂ ਪਕੌੜੀਆਂ ਬਣਾ ਕੇ, ਯਾਨੀ ਇਸ ਤਰ੍ਹਾਂ ਦਾ ਇਹ ਸਾਰਾ ਕੁਝ ਇੱਕ ਅਧਿਐਨ ਕੀਤਾ ਸੀਗਾ ਜੀ ਪਿੱਛੇ ਜੇ, ਜਿਹਦੇ ਚ ਇੱਕ 5000 ਦੀ ਪਾਪੂਲੇਸ਼ਨ ਵਾਲਾ ਪਿੰਡ ਲਿਆ। ਉਸ ਪਿੰਡ ਦੇ ਵਿੱਚ ਜਦੋਂ ਉਸ ਅਧਿਐਨ 'ਚ ਅਸੀਂ ਗਏ, ਅੱਜ ਠੀਕ ਹੈ ਸਾਡੇ ਕੋਲ ਸਮਾਂ ਕੁਛ ਉਸ ਤਰ੍ਹਾਂ ਦਾ, ਮੈਂ ਉਹ ਗੱਲਾਂ ਕਰਦਾ। ਜਦੋਂ ਉਸ ਅਧਿਐਨ 'ਚ ਗਏ ਤਾਂ ਇਹ ਦੇਖਿਆ ਕਿ 5000 ਪਾਪੂਲੇਸ਼ਨ ਹੀ ਮਾਫ ਕਰਨਾ 5000 ਦੀ ਵੋਟ ਵਾਲਾ ਪਿੰਡ ਸੀ ਜੀ। ਉਸ ਪਿੰਡ ਦੇ ਵਿੱਚ ਅਸੀਂ ਇਹ ਦੇਖਿਆ ਕਿ 1 ਕਰੋੜ ਰੁਪਏ ਦੀ ਹਲਦੀ ਜਿਹੜੀ ਆ ਸਾਡੇ ਖੇਤ 'ਚ ਹੁੰਦੀ ਹੈ। 1 ਕਰੋੜ ਰੁਪਏ ਦੀ ਹਲਦੀ ਜਿਹੜੀ 1 ਸਾਲ ਦੀ ਕੰਜ਼ੰਪਸ਼ਨ ਸਾਡੇ ਉਸ ਪਿੰਡ ਦੀ ਹੈ। ਸਾਡੀ ਪ੍ਰੋਡਕਸ਼ਨ ਕੀ ਹੈ। ਉਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਜਿਹੜੀਆਂ ਸਾਡੇ ਖੇਤਾਂ 'ਚ ਹੋ ਸਕਦੀਆਂ ਨੇ, ਸਬਜ਼ੀ ਹੋ ਸਕਦੀ ਹੈ, ਦਾਲ ਹੋ ਸਕਦੀ ਹੈ, ਤੇ ਜਿਹੜਾ ਕਮਾਦ ਅਸੀਂ ਬੀਜਦੇ ਹਾਂ, ਗੁੜ ਸਾਡੇ ਕੋਲ ਹੋ ਸਕਦਾ ਹੋਰ। ਯਾਨੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਖੇਤ 'ਚ ਹੋ ਸਕਦੀਆਂ ਨੇ ਉਹ ਇਸ ਹਲਦੀ ਨਾਲੋਂ ਅਸੀਂ 7 ਗੁਣਾ ਕੰਜ਼ੰਪਸ਼ਨ ਹੈ। ਯਾਨੀ 1 ਕਰੋੜ ਰੁਪਏ ਦੀ ਸਾਲ ਦੀ ਹਲਦੀ ਤੇ 7 ਕਰੋੜ ਰੁਪਏ ਦੀ ਸਾਲ ਦੀ ਜਿਹੜੀਆਂ ਦੂਸਰੀਆਂ ਚੀਜ਼ਾਂ ਜਿਹੜੀਆਂ ਸਾਡੇ ਖੇਤ 'ਚ ਪੈਦਾ ਕੀਤੀਆਂ ਜਾ ਸਕਦੀਆਂ, ਉਹ ਸਾਰੀਆਂ ਦੀ ਅਸੀਂ ਵਰਤੋਂ ਕਰਦੇ ਹਾਂ। ਯਾਨੀ 5000 ਦੀ ਵੋਟ ਵਾਲੇ ਪਿੰਡ ਦੇ ਵਿੱਚੋਂ 8 ਕਰੋੜ ਰੁਪਇਆ ਅਸੀਂ ਮੰਡੀ ਨੂੰ ਦੇਤਾ, ਤੇ ਸਾਡੇ ਪਿੰਡ 'ਚ ਆਇਆ ਕੀ? ਇਹਦਾ ਲੇਖਾ ਜੋਖਾ ਸਾਨੂੰ ਕਰਨਾ ਪੈਣਾ। ਜਦੋਂ ਤੱਕ ਅਸੀਂ ਇਸ ਲੇਖੇ ਜੋਖੇ 'ਚ ਨਹੀਂ ਪੈਂਦੇ ਉਦੋਂ ਤੱਕ ਅਸੀਂ ਸਾਡੀ ਜਿਹੜੀ ਆਰਥਿਕ ਹਾਲਤ ਹੈ ਉਹਨੂੰ ਸੁਧਾਰ ਨਹੀਂ ਸਕਦੇ। ਜਿਸ ਤਰ੍ਹਾਂ ਅੱਜ ਦੇ ਹਾਲਾਤ ਬਣੇ ਨੇ, ਜਿਨ੍ਹਾਂ ਹਾਲਾਤਾਂ 'ਚ ਅਸੀਂ ਅੱਜ ਪਹੁੰਚੇ ਹੋਏ ਹਾਂ, ਕਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਵਿਸ਼ਵ ਨੂੰ ਇੱਕ ਤਰ੍ਹਾਂ ਪੂਰੇ ਵਿਸ਼ਵ ਦੇ ਕਾਰੋਬਾਰ ਨੂੰ ਇੱਕ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ। ਤੇ ਉਸ ਕਾਰੋਬਾਰ ਤੋਂ ਬਾਅਦ ਜੇ ਅੱਜ ਸਰਵਾਈਵਲ ਦੇ ਵਿੱਚ ਕੋਈ ਹੈ ਤੇ ਉਹ ਇੱਕੋ ਇੱਕ ਕਿਸਾਨ ਹੈ ਜਿਹੜਾ ਅੱਜ ਸਮੁੱਚੇ ਵਿਸ਼ਵ ਨੂੰ ਅਨਾਜ ਦੇ ਰਿਹਾ ਹੈ। ਪੇਟ ਭਰਨ ਵਾਸਤੇ, ਢਿੱਡ ਭਰਨ ਵਾਸਤੇ ਅਨਾਜ ਦੀ ਬਹੁਤਾਤ ਦੇ ਵਿੱਚ ਲੋੜ ਹੁੰਦੀ ਹੀ ਹੁੰਦੀ ਹੈ। ਇਹਦੀ ਪ੍ਰੋਡਕਸ਼ਨ ਕਦੇ ਖਤਮ ਨਹੀਂ ਹੋ ਸਕਦੀ। ਬੇਸ਼ੱਕ ਇਹ ਅਸੀਂ ਕੁਝ ਵੀ ਕਹੀ ਚੱਲੀਏ, ਇਸ ਪ੍ਰੋਡਕਸ਼ਨ ਨੂੰ ਚੱਲਦਿਆਂ ਰੱਖਣ ਵਾਸਤੇ, ਇਸ ਵਪਾਰ ਨੂੰ ਚੱਲਦਿਆਂ ਰੱਖਣ ਵਾਸਤੇ ਕਿਸਾਨ ਨੂੰ ਡਾਵਾਂਡੋਲ ਨਹੀਂ ਹੋਣਾ ਚਾਹੀਦਾ। ਉਹਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਹਾਂ ਜਿਹੜਾ ਮੇਰਾ ਵਪਾਰ ਹੈ ਉਹ
ਉੱਤਮ ਵਪਾਰ ਆ, ਸਾਨੂੰ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ, ਬਖਸ਼ਿਆ, ਇਹ ਵਚਨ ਬਖਸ਼ਿਆ ਕਿ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ। ਅੱਜ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਖੇਤੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਕਰਕੇ ਅਸੀਂ ਇਹ ਮਹਿਸੂਸ ਕਰਨ ਲੱਗ ਪਏ ਕਿ ਇਹ ਉੱਤਮ ਨਹੀਂ ਰਹੀ, ਤੇ ਅਸੀਂ ਜਿਸ ਕੰਮ ਨੂੰ ਗੁਰੂ ਸਾਹਿਬ ਨੇ ਨਖਿੱਧ ਕਿਹਾ ਸੀ ਉਸ ਪਾਸੇ ਨੂੰ ਦੌੜ ਲੱਗੀ ਹੋਈ ਆ, ਭੱਜ ਰਹੇ ਆ, ਚਾਕਰੀ ਵਾਲੇ ਪਾਸੇ ਨੂੰ ਜਾ ਰਹੇ ਆ। ਸਾਨੂੰ ਉਧਰੋਂ ਪਿੱਛੇ ਮੁੜ ਕੇ ਖੇਤੀ ਵਾਲੇ ਪਾਸੇ ਨੂੰ, ਖੇਤੀ ਦੇ ਵਿੱਚ ਜਿਹੜੇ ਨਵੇਂ ਸਾਧਨ ਨੇ ਉਹ ਅਪਣਾਉਣੇ ਚਾਹੀਦੇ ਆ। ਸੋ ਹੁਣ ਮੈਨੂੰ ਲੱਗਦਾ ਇੱਥੇ ਆਪਾਂ ਨੂੰ ਇਹ ਵਿਚਾਰ ਚਰਚਾ ਖਤਮ ਕਰਨੀ ਚਾਹੀਦੀ ਹੈ। ਖਤਮ ਕਰਨ ਤੋਂ ਪਹਿਲਾਂ ਮੈਂ ਮਹਿਸੂਸ ਕੀਤਾ ਹੈ ਕਿ ਸਾਰੇ ਦਰਸ਼ਕਾਂ ਦੇ ਵਿੱਚ ਕਿਤੇ ਨਾ ਕਿਤੇ ਕਰੋਨਾ ਦੇ ਰਿਗਾਰਡਿੰਗ ਕੁਝ ਨਾ ਕੁਝ ਸੁਣਨ ਦੀ ਉਤਸੁਕਤਾ ਹੁੰਦੀ ਹੈ। ਸੋ ਉਹਦੇ ਸੰਬੰਧ ਚ ਮੈਂ ਆਪ ਜੀ ਨਾਲ ਜੋ ਮੈਂ ਆਪ ਸਟੱਡੀ ਕੀਤਾ ਇਹਨਾਂ ਦਿਨਾਂ ਦੇ ਵਿੱਚ, ਮੇਰੀ ਕਿਉਂਕਿ ਆਦਤ ਹੈ, ਮੈਂ ਕੁਝ ਨਾ ਕੁਝ ਸੁਭਾਅ ਕਹਿ ਲਓ, ਮੈਂ ਕੁਝ ਨਾ ਕੁਝ ਨਵਾਂ ਦੇਖਦਾ ਰਹਿੰਦਾ। ਸੋ ਅੱਜ ਆਪਾਂ ਗੱਲ ਕਰਾਂਗੇ ਕੋਈ 1 ਤੋਂ 2 ਮਿੰਟ ਦੇ ਵਿੱਚ ਹੀ ਉਹਨੂੰ ਇਹ ਗੱਲ ਕਰਕੇ ਆਪਾਂ ਸਮਾਪਤੀ ਕਰਾਂਗੇ ਕਿ ਵਿਸ਼ਵ ਦੇ ਵਿੱਚ ਕਰੋਨਾ ਦੇ ਚੱਲਦਿਆਂ ਲਾਕਡਾਊਨ ਕੀਤਾ ਹੋਇਆ ਸਮੁੱਚਾ ਵਿਸ਼ਵ। ਇਹ ਗਾਈਡਲਾਈਨ ਸਾਨੂੰ WHO ਵੱਲੋਂ ਮਿਲੀਆਂ ਨੇ ਕਿ ਲਾਕਡਾਊਨ ਕਰ ਦਿਓ ਤੇ ਤੁਸੀਂ ਕਰੋਨਾ ਤੋਂ ਬਚ ਜਾਓਗੇ। ਸੋ ਮੈਂ ਇੱਕ ਕੱਲ ਅਧਿਐਨ ਕੀਤਾ ਸੀ, ਉਹ ਤੁਹਾਡੇ ਨਾਲ ਸਾਂਝਾ ਕਰਦਾ। ਸਵੀਡਨ, ਜਾਪਾਨ ਤੇ ਕੁਝ ਹੋਰ ਮੁਲਕ ਇਹੋ ਜਿਹੇ ਨੇ ਜਿਨ੍ਹਾਂ ਨੇ ਲਾਕਡਾਊਨ ਦੀ ਗਾਈਡਲਾਈਨਸ ਨੂੰ ਰਿਜੈਕਟ ਕਰ ਦਿੱਤਾ ਕਿ ਅਸੀਂ ਲਾਕਡਾਊਨ ਨਹੀਂ ਕਰਾਂਗੇ। ਤੇ ਮੈਂ ਉਹਨਾਂ ਦੇ ਜਿਹੜੀ ਪੋਜੀਸ਼ਨ ਹੈ, ਅੰਕੜਿਆਂ ਦਾ ਤੁਹਾਡੇ ਨਾਲ ਜ਼ਿਕਰ ਜ਼ਰੂਰ ਕਰਾਂਗਾ, ਤੇ ਉਸ ਤੋਂ ਬਾਅਦ ਸਾਨੂੰ ਕਿਤੇ ਨਾ ਕਿਤੇ ਲਾਕਡਾਊਨ ਵਾਲੀ ਗੱਲ ਦੇ ਨੂੰ ਵੀ ਸਟੱਡੀ ਕਰਨ ਦੀ ਲੋੜ ਪੈਣੀ ਹੈ। ਸਵੀਡਨ ਦੇ ਵਿੱਚ ਜਿਹੜੀ, ਜੇ ਪਾਪੂਲੇਸ਼ਨ ਦੀ ਗੱਲ ਕਰੀਏ, ਆਪਾਂ ਕੰਪੈਰੀਜ਼ਨ ਕਰਾਂਗੇ ਸਵੀਡਨ ਦਾ ਤੇ ਅਮਰੀਕਾ ਦਾ। ਸਵੀਡਨ ਦੀ ਜੇ ਪਾਪੂਲੇਸ਼ਨ ਦੀ ਗੱਲ ਕਰੀਏ ਤੇ ਕੋਈ 1.25 ਕਰੋੜ ਦੀ ਪਾਪੂਲੇਸ਼ਨ ਹੈ ਉਸ ਮੁਲਕ ਦੀ। ਅਮਰੀਕਾ ਦੀ ਜਿਹੜੀ ਪਾਪੂਲੇਸ਼ਨ ਆ ਉਹ 35 ਕਰੋੜ ਦੀ ਪਾਪੂਲੇਸ਼ਨ ਪਹੁੰਚ ਚੁੱਕੀ ਹੈ। ਜੇ ਸਵੀਡਨ ਦੇ ਵਿੱਚ ਟੈਸਟਾਂ ਦੀ ਗੱਲ ਕਰੀਏ ਤੇ 9,357 ਟੈਸਟ ਜਿਹੜੇ ਨੇ ਉਹ 1 ਮਿਲੀਅਨ ਪਾਪੂਲੇਸ਼ਨ ਦੇ ਪਿੱਛੇ ਹੋ ਰਹੇ ਆ, ਭਾਵ ਕਿ 10 ਲੱਖ ਦੀ ਪਾਪੂਲੇਸ਼ਨ ਦੇ ਪਿੱਛੇ 9,357 ਟੈਸਟ ਹੋ ਰਹੇ ਨੇ। ਉੱਥੋਂ ਦੀ ਜਿਹੜੀ ਗਿਣਤੀ ਹੈ, ਕਰੋਨਾ ਦੇ ਜਿੰਨੇ ਕੇਸ ਨਿਕਲੇ ਨੇ ਉਹ 18,926 ਕੇਸ, ਇਹ ਕੱਲ ਤੱਕ ਦੇ ਸੀ। ਅੱਜ ਉਹਦੇ ਚ ਕੋਈ ਥੋੜੀ ਬਹੁਤੀ ਫਰਕ ਹੋ ਸਕਦਾ, ਮੈਂ ਅੱਜ ਦਾ ਲੇਟੈਸਟ ਜਿਹੜਾ ਉਹ ਨਹੀਂ ਦੇਖਿਆ। 18,926 ਕੇਸ ਜਿਹੜੇ ਨੇ ਉਹ ਸਵੀਡਨ ਦੇ ਵਿੱਚ ਆਏ ਨੇ ਤੇ 2,274 ਮੌਤਾਂ ਹੋਈਆਂ ਨੇ ਉੱਥੇ। ਹੁਣ ਆਪਾਂ ਆਉਣੇ ਆ USA ਦੇ ਵਿੱਚ। USA ਦੇ ਵਿੱਚ ਟੈਸਟਾਂ ਦੀ ਗਿਣਤੀ ਜੇ ਕਰੀਏ ਤੇ 1 ਮਿਲੀਅਨ ਦੀ ਆਬਾਦੀ ਦੇ ਪਿੱਛੇ 17,211 ਟੈਸਟ ਜਿਹੜੇ ਉੱਥੇ ਕੀਤੇ ਜਾ ਰਹੇ ਨੇ। ਉੱਥੋਂ ਦੀ ਜੇ ਮਰੀਜ਼ਾਂ ਦੀ ਗਿਣਤੀ ਦੇਖੀਏ, ਜਿਹੜੇ ਕੇਸ ਹੁਣ ਤੱਕ ਲੱਭ ਚੁੱਕੇ ਨੇ ਉਹ 10,10,500 ਤੋਂ ਉੱਪਰ ਦੀ ਗਿਣਤੀ ਜਿਹੜੀ ਹੈ ਕੱਲ ਦੁਪਹਿਰ ਤੱਕ ਦੀ ਗਿਣਤੀ ਉੱਥੋਂ ਦੀ ਸੀ। ਤੇ ਜੇ ਮੌਤਾਂ ਦੀ ਗਿਣਤੀ ਕਰੀਏ ਤੇ ਉੱਥੇ 56,803 ਮੌਤਾਂ ਜਿਹੜੀਆਂ ਨੇ ਉੱਥੇ ਹੋ ਚੁੱਕੀਆਂ ਨੇ। ਜਦੋਂ ਅਸੀਂ ਆਉਣੇ ਆ ਆਬਾਦੀ ਤੇ, ਤਾਂ ਆਬਾਦੀ ਜਿਹੜੀ ਹੈ, ਅਮਰੀਕਾ ਦੀ ਆਬਾਦੀ ਕਰੀਬ 35 ਕਰੋੜ ਹੈ। ਯਾਨੀ ਸਵੀਡਨ ਤੋਂ ਹੁਣ ਉੱਥੇ ਕਿਤੇ ਨਾ ਕਿਤੇ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਸਾਡੇ ਦਿਮਾਗ ਦੇ ਵਿੱਚ ਇਹ ਆਉਣੀ ਹੈ ਕਿ ਅਮਰੀਕਾ ਦੀ ਜਿਹੜੀ ਆਬਾਦੀ ਹੈ ਉਹ ਕਿੰਨੀ ਜ਼ਿਆਦਾ ਹੈ ਤੇ ਸਵੀਡਨ ਦੀ ਆਬਾਦੀ ਘੱਟ ਹੈ, ਤੇ ਉੱਥੇ ਕੇਸ ਕੁਦਰਤੀ ਘੱਟ ਆਉਣਗੇ। ਜੇ ਆਬਾਦੀ ਦੇ ਲਿਹਾਜ਼ ਨਾਲ ਗੱਲ ਕਰੀਏ ਤੇ 35 ਗੁਣਾ ਆਬਾਦੀ ਬਣਦੀ ਹੈ। 35 ਗੁਣਾ ਪੂਰੀ ਬਣਦੀ ਨਹੀਂ, ਫਿਰ ਵੀ 35 ਗੁਣਾ ਲਾ ਕੇ ਚੱਲਦੇ ਕਿ 35 ਗੁਣਾ ਆਬਾਦੀ ਜਿਹੜੀ ਹੈ ਉਹ ਅਮਰੀਕਾ ਦੀ ਸਵੀਡਨ ਨਾਲੋਂ ਜ਼ਿਆਦਾ। ਤੇ ਇਸ ਹਿਸਾਬ ਨਾਲ ਜੇ 17,211 ਨੂੰ 35 ਨਾਲ ਗੁਣਾ ਕਰੀਏ ਤੇ ਇਹ ਕੋਈ 6,63,000 ਕੇਸ ਬਣਦੇ ਨੇ ਜਿਹੜੇ ਅਮਰੀਕਾ ਦੇ ਵਿੱਚ ਬਿਨਾਂ ਲਾਕਡਾਊਨ ਦੇ ਹੋਣੇ ਚਾਹੀਦੇ ਸੀ। ਹੁਣ ਅਸੀਂ ਗੱਲ ਕਰਦੇ ਹਾਂ ਵਸੋਂ ਘਣਤਾ ਦੀ। ਵਸੋਂ ਘਣਤਾ ਵੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਗੱਲ ਇਹ ਦਿਮਾਗ 'ਚ ਆ ਜਾਂਦੀ ਹੈ ਕਿ ਉੱਥੇ ਸੰਘਣੀ ਵਸੋਂ ਹੋਵੇਗੀ ਤੇ ਸਵੀਡਨ ਦੇ ਵਿੱਚ ਹੋ ਸਕਦਾ ਹੈ ਵਸੋਂ ਜਿਹੜੀ ਹੈ ਉਹ ਸੰਘਣੀ ਨਾ ਹੋਵੇ, ਜਿਹਦੇ ਕਰਕੇ ਸਵੀਡਨ 'ਚ ਕੇਸ ਜਿਹੜੇ ਘੱਟ ਆਏ ਨੇ। ਵਸੋਂ ਘਣਤਾ ਦੀ ਗੱਲ ਕਰੀਏ ਤੇ ਸਵੀਡਨ ਦੇ ਵਿੱਚ ਜਿਹੜੀ ਵਸੋਂ ਘਣਤਾ ਹੈ ਉਹ 25 ਵਿਅਕਤੀ ਪ੍ਰਤੀ ਕਿਲੋਮੀਟਰ ਰਹਿ ਰਹੇ ਨੇ ਤੇ ਦੂਸਰੇ ਪਾਸੇ ਅਮਰੀਕਾ ਦੇ ਵਿੱਚ 36 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਰਹਿੰਦੇ ਨੇ। ਇਹ ਵੀ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕਿ ਵਸੋਂ ਦੀ ਘਣਤਾ ਵੀ ਜਿਹੜੀ ਹੈ ਉਹ ਬਰਾਬਰ ਹੈ। ਹੁਣ ਕਿਤੇ ਨਾ ਕਿਤੇ ਸਾਨੂੰ ਇਹ ਸੋਚਣਾ ਪਏਗਾ, ਜੇ ਅਮਰੀਕਾ ਦੇ ਵਿੱਚ ਲਾਕਡਾਊਨ ਨਾ ਰਹਿੰਦਾ ਤੇ ਉੱਥੋਂ ਦੀ ਜਿਹੜੀ ਗਿਣਤੀ ਹੈ ਉਹ 6,63,000 ਦੀ ਗਿਣਤੀ ਹੋਣੀ ਸੀ ਉੱਥੋਂ ਦੇ ਮਰੀਜ਼ਾਂ ਦੀ। ਤੇ ਦੂਸਰੇ ਪਾਸੇ ਅੱਜ ਅਮਰੀਕਾ ਨੂੰ ਲਾਕਡਾਊਨ ਕੀਤਾ ਹੋਇਆ, ਅਮਰੀਕਾ ਦੇ ਨਾਲ ਹੋਰ ਬੜੇ ਮੁਲਕ ਨੇ ਜਿਹਨਾਂ ਨੂੰ ਲਾਕਡਾਊਨ ਕੀਤਾ ਹੋਇਆ, ਵੱਡੀ ਗਿਣਤੀ ਦੇ ਵਿੱਚ ਜੇ ਆਪਾਂ ਕਹਿ ਦਈਏ ਕਿ ਮੁਲਕਾਂ ਨੂੰ ਲਾਕਡਾਊਨ ਕੀਤਾ ਹੋਇਆ, ਤੇ ਉਸ ਦੇ ਚੱਲਦਿਆਂ ਅਮਰੀਕਾ ਦੀ ਗਿਣਤੀ ਜਿਹੜੀ ਹੈ ਲਾਕਡਾਊਨ ਦੇ ਬਾਵਜੂਦ, ਕਿਉਂਕਿ WHO ਨੇ ਡਾਇਰੈਕਸ਼ਨ ਦਿੱਤੀ ਹੈ ਕਿ ਲਾਕਡਾਊਨ ਕਰ ਦਿਓ ਤੁਸੀਂ ਬਚੋਗੇ, ਲਾਕਡਾਊਨ ਦੇ ਬਾਵਜੂਦ ਵੀ ਜਿਹੜੀ ਗਿਣਤੀ ਹੈ
ਉਹ ਬਿਨਾਂ ਲਾਕਡਾਊਨ ਨਾਲੋਂ ਕਿਤੇ ਜ਼ਿਆਦਾ ਹੈ। ਤਾਂ ਸਾਨੂੰ ਇਸ ਗੱਲ ਨੂੰ ਸੋਚਣਾ ਚਾਹੀਦਾ ਹੈ ਕਿ ਕਿਤੇ, ਜਿਹੜੀ ਮੇਰੇ ਮਨ 'ਚ ਇੱਕ ਸ਼ੰਕਾ ਆਇਆ ਕਿ ਕਿਤੇ ਅਜਿਹਾ ਤਾਂ ਨਹੀਂ ਕਿ ਲਾਕਡਾਊਨ ਜਾਂ ਕਰੋਨਾ ਇੱਕ ਸੱਚੀ ਮੁੱਚੀ, ਜਿਸ ਤਰ੍ਹਾਂ ਡਾਕਟਰ ਵਿਸ਼ਵਰੂਪ ਰਾਏ, ਡਾਕਟਰ ਅਮਰ ਸਿੰਘ ਆਜ਼ਾਦ ਇਹ ਇਸ਼ਾਰਾ ਕਰਦੇ ਨੇ ਕਿ ਲਾਕਡਾਊਨ ਦੇ ਜ਼ਰੀਏ ਕਰੋਨਾ ਇੱਕ ਬਹਾਨਾ ਹੈ, ਇਹਦੇ ਪਿੱਛੇ ਕੁਝ ਹੋਰ ਸਾਜ਼ਿਸ਼ਾਂ ਨੇ, ਇਹਨਾਂ ਤੇ ਸਾਨੂੰ ਹੋਰ ਅਧਿਐਨ ਕਰਨ ਦੀ ਲੋੜ ਹੈ। ਸੋ ਇਹ ਤੁਹਾਡੇ ਮੈਂ ਮੁੱਦਾ ਇਹ ਵੀ ਇਹ ਚੀਜ਼ਾਂ ਧਿਆਨ 'ਚ ਲੈਂਦੀਆਂ ਨੇ। ਇਹ ਜਿਹੜਾ ਕੈਲਕੂਲੇਸ਼ਨ ਹੈ। ਹੁਣ ਆਪਾਂ ਜਾਪਾਨ ਤੇ ਭਾਰਤ ਦੀ ਗੱਲ ਕਰਦੇ ਹਾਂ। ਜਾਪਾਨ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਉਹ 12 ਕਰੋੜ ਹੈ, ਤੇ ਉੱਥੇ ਜਿਹੜੀ ਵਸੋਂ ਘਣਤਾ ਹੈ ਉਹ 347 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਦੀ ਉੱਥੋਂ ਦੀ ਵਸੋਂ ਘਣਤਾ ਹੈ, ਤੇ ਭਾਰਤ ਦੀ ਜਿਹੜੀ ਵਸੋਂ ਘਣਤਾ ਹੈ ਉਹ 464 ਪ੍ਰਤੀ ਵਰਗ ਕਿਲੋਮੀਟਰ ਜਿਹੜੀ ਹੈ ਉਹ ਵਸੋਂ ਘਣਤਾ ਭਾਰਤ ਦੀ ਹੈ। ਤੇ ਜਦੋਂ ਕੇਸਾਂ ਦੀ ਗੱਲ ਕਰੀਏ ਤੇ ਜਿਹੜੀ ਜਾਪਾਨ ਦੇ ਵਿੱਚ ਜਿਹੜੀ ਟੈਸਟਿੰਗ ਹੋ ਰਹੀ ਹੈ ਉਹ 1191 ਕੇਸ 1 ਮਿਲੀਅਨ ਦੇ ਪਿੱਛੇ ਉੱਥੇ ਟੈਸਟ ਹੋ ਰਹੇ ਨੇ, ਤੇ ਭਾਰਤ ਦੇ ਵਿੱਚ ਇਹ ਗੱਲ ਕਰੀਏ ਤੇ 1 ਮਿਲੀਅਨ ਦੇ ਪਿੱਛੇ 519 ਟੈਸਟ ਹੋ ਰਹੇ ਨੇ। ਜੇ ਅਸੀਂ ਕੇਸਾਂ ਦੀ ਗੱਲ ਕਰੀਏ ਕਿ ਜਿਹੜੇ ਕੇਸ ਉੱਥੇ ਨਿਕਲੇ ਨੇ, ਉੱਥੇ ਜਾਪਾਨ ਦੇ ਵਿੱਚ 13,614 ਕੇਸ ਹੁਣ ਤੱਕ ਡਿਟੈਕਟ ਹੋਏ ਨੇ, ਤੇ ਦੂਸਰੇ ਪਾਸੇ ਭਾਰਤ ਦੇ ਵਿੱਚ ਜਿਹੜੇ ਨੇ, ਕੱਲ ਦੁਪਹਿਰ ਤੱਕ ਦੀ ਗੱਲ ਕਰਦਾ, ਕੱਲ ਦੁਪਹਿਰ ਤੱਕ 29,451 ਕੇਸ ਜਿਹੜੇ ਆ ਉਹ ਨਿਕਲ ਚੁੱਕੇ ਸੀ। ਸੋ ਕਿਤੇ ਨਾ ਕਿਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਲਾਕਡਾਊਨ ਵਰਸਸ ਨੋ ਲਾਕਡਾਊਨ ਦਾ ਇੱਕ ਐਨਾਲਿਸਿਸ ਕੀਤਾ ਜਾਵੇ ਤੇ ਤੁਹਾਡੇ ਸਾਹਮਣੇ ਰੱਖਿਆ ਜਾਵੇ, ਤਾਂ ਕਿ ਅਸੀਂ ਇਹਨੂੰ ਹੋਰ ਅੱਗੇ ਰਿੜਕ ਸਕੀਏ। ਸਰਕਾਰਾਂ ਅੱਗੇ ਇਸ ਤਰ੍ਹਾਂ ਦੇ ਫੈਸਲੇ ਕਰਦੀਆਂ, ਉਹ ਵੀ ਇਹਨਾਂ ਚੀਜ਼ਾਂ ਨੂੰ ਜ਼ਰੂਰ ਦੇਖਣ ਕਿ ਅਸੀਂ ਬਿਨਾਂ ਸੋਚੇ ਬਿਨਾਂ ਸਮਝੇ ਇਸ ਡਾਇਰੈਕਸ਼ਨ ਨੂੰ, ਇਹਨਾਂ ਨਿਰਦੇਸ਼ਾਂ ਨੂੰ ਅਸੀਂ ਮੰਨ ਰਹੇ ਹਾਂ। ਸੋ ਇਹ ਤੁਹਾਡੇ ਇਹ ਵੀ ਗੱਲਾਂ ਕੁਝ ਅੱਜ ਕਰਨੀਆਂ ਜ਼ਰੂਰੀ ਸੀ। ਕੁਲਦੀਪ ਸਿੰਘ ਜੀ ਮੇਰੀ ਸ਼ਾਇਦ ਆਵਾਜ਼ ਸੁਣ ਰਹੇ ਹੋਣਗੇ। ਕੁਲਦੀਪ ਸਿੰਘ ਦੇਖਿਓ ਜੇ ਕਿਸੇ ਹੋਰ ਦਾ ਹੈਂਡ ਰੇਜ਼ ਹੈ ਇਹਦੇ ਰਿਗਾਰਡਿੰਗ, ਜੇ ਕਿਸੇ ਨੇ ਕੋਈ ਸਵਾਲ ਕਰਨਾ ਹੈ ਜਿਹੜੀ ਆਪਾਂ ਹੁਣ ਗੱਲ ਕੀਤੀ ਹੈ, ਤੇ ਉਹ ਵੀ ਜ਼ਰੂਰ ਆਪਣਾ ਸਵਾਲ ਸਾਂਝਾ ਕਰ ਸਕਦਾ ਹੈ, ਤੇ ਉਸ ਤੋਂ ਬਾਅਦ ਆਪਾਂ ਵਿਦਾ ਲਵਾਂਗੇ। ਇੱਕ ਮੈਂ ਪ੍ਰੋਸੈਸਿੰਗ ਬਾਰੇ ਗੱਲ ਕਰਨੀ ਚਾਹੁੰਦਾ ਹਾਂ, ਉਸ ਤੋਂ ਬਾਅਦ ਆਪਾਂ ਜਿਹੜਾ ਸਮਾਪਤੀ ਕਰ ਲਾਂਗੇ ਜੀ, ਮੇਰੀ ਗੱਲ ਦੀ ਸਮਾਪਤੀ ਹੋ ਜਾਏਗੀ ਜੀ। ਪ੍ਰੋਸੈਸਿੰਗ ਗੱਲ ਥੋੜੀ ਜਿਹੀ ਕਰਨੀ ਚਾਹੁੰਦਾ ਮੈਂ ਜੀ। ਹਾਂਜੀ ਵੀਰ ਜੀ, ਬੇਨਤੀ ਆ ਕਿ ਜਿਹੜਾ ਪ੍ਰੋਸੈਸਿੰਗ ਦੀ ਗੱਲ ਚੱਲ ਰਹੀ ਹੈ ਨਾ, ਪ੍ਰੋਸੈਸਿੰਗ 'ਚ ਅਨੇਕਾਂ ਮਾਡਲ ਨੇ ਜੀ, ਅਲੱਗ-ਅਲੱਗ ਲੈਵਲ ਦੇ ਨੇ। ਆਪਾਂ ਇਸ ਯਤਨ 'ਚ ਆ ਕਿ ਸਤੰਬਰ ਮਹੀਨੇ ਤੱਕ ਜਿਹੜੀ ਫਸਲ ਜਦੋਂ ਆਉਣੀ ਆ, ਸਤੰਬਰ ਅਕਤੂਬਰ, ਉਹ ਤੋਂ ਪਹਿਲੋਂ ਯਤਨ ਕਰਾਂਗੇ ਜੇ ਲਾਕਡਾਊਨ ਦੀ ਸਮੱਸਿਆ ਨਾ ਹੋਵੇ, ਸਾਨੂੰ ਜਾਣ ਆਉਣ ਦੀ ਪਰਮਿਸ਼ਨ ਮਿਲ ਜਾਏ, ਪੂਰੇ ਹਿੰਦੁਸਤਾਨ 'ਚੋਂ ਘੁੰਮ ਕੇ ਜਿੱਥੇ ਉਹ ਉਸ ਲੈਵਲ ਦੀ ਜਿਹੜੀ ਸਾਡੇ ਮਾਡਲ ਵਿੱਚ ਫਿੱਟ ਹੋਣ ਵਾਲੀ ਹੋਵੇ, ਜਾਂ ਸਭ ਤੋਂ ਪਹਿਲਾਂ ਸਾਨੂੰ ਛੋਟੇ ਸਕੇਲ ਦੀ ਪ੍ਰੋਸੈਸਿੰਗ ਇੱਥੇ ਲਿਆਉਣੀ ਪਏਗੀ, ਕਿਉਂਕਿ ਅਜੇ ਸਿਰਫ ਮੁੱਢਲੀ ਸਟੇਜ ਤੇ ਆ ਪ੍ਰੋਸੈਸਿੰਗ ਦੀ। ਸਾਨੂੰ ਵੱਡੀ ਪ੍ਰੋਸੈਸਿੰਗ ਦੀ ਅਜੇ ਲੋੜ ਨਹੀਂ ਹੈਗੀ। ਵੱਡੀਆਂ ਮਸ਼ੀਨਾਂ ਲਾ ਕੇ ਸਾਨੂੰ ਜਿਹੜੀ ਆ ਉਹਦੇ ਪੂਰੀ ਉਹਨਾਂ ਜਿਹੜਾ ਰਾ ਮਟੀਰੀਅਲ ਨਹੀਂ ਪ੍ਰਾਪਤ ਹੋਣਾ, ਜਾਂ ਪੂਰੇ ਸਾਲ ਮਸ਼ੀਨਾਂ ਚੱਲ ਪਾਉਣ। ਇਸ ਕਰਕੇ ਇੰਨੀ ਇਨਵੈਸਟਮੈਂਟ ਦੀ ਲੋੜ ਨਹੀਂ ਆ। ਜਿਹੜੀ ਪ੍ਰੋਸੈਸਿੰਗ ਸੰਬੰਧੀ ਕੋਈ ਵੀ ਨਵੀਂ ਡਿਵੈਲਪਮੈਂਟ ਹੋਏਗੀ, ਆਪਾਂ ਇਸ ਮਾਧਿਅਮ ਰਾਹੀਂ, ਆਪਣੇ ਦਰਬਾਰੇ ਖਾਲਸਾ ਦੇ ਮਾਧਿਅਮ ਰਾਹੀਂ ਫਿਰ ਦੁਬਾਰਾ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਜੇ ਵੀ ਅਜੇ ਵੀ ਅਗਰ ਕਿਸੇ ਕਿਸਾਨ ਦਾ ਕੋਈ ਸਵਾਲ ਹੋਵੇ ਤੇ ਜ਼ਰੂਰ ਗਰੁੱਪ 'ਚ ਪਾਤਾ ਜਾਵੇ, ਸਾਂਝਾ ਕਰਤਾ ਜਾਵੇ, ਤੇ ਉਹ ਆਪਾਂ ਜਿਹੜਾ ਵਾ ਉਹ ਫਿਰ ਤੁਹਾਨੂੰ ਜਵਾਬ ਦੇਣ ਵਾਸਤੇ ਜਿਹੜਾ ਯਤਨਸ਼ੀਲ ਰਹਾਂਗੇ। ਤੇ ਮੈਂ ਧੰਨਵਾਦ ਕਰਦਾ ਅਖੀਰ ਵਿੱਚ ਸਾਰਿਆਂ ਦਾ, ਔਰ ਖਾਸ ਕਰਕੇ ਦਰਬਾਰੇ ਖਾਲਸਾ, ਵੀਰ ਹਰਪਿੰਦਰ ਜੀ, ਵੀਰ ਕੁਲਦੀਪ ਜੀ, ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ,